ਕਿਤਾਬ ਜਾਂਬਾਜ਼ ਰਾਖਾ ਅਧਿਆਇ ਚੌਥਾ ਭਿੰਡਰਾਂਵਾਲਾ ਅਤੇ ਧਰਮਯੁੱਧ ਮੋਰਚਾ। ਲੇਖਕ A.R. ਦਰਸ਼ੀ, ਅਨੁਵਾਦਕ ਪ੍ਰੋਫੈਸਰ ਕੁਲਬੀਰ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਦਲ ਨੇ ਹਰਚੰਦ ਸਿੰਘ ਲੌਂਗੋਵਾਲ ਦੀ ਕਮਜ਼ੋਰ ਅਗਵਾਈ ਹੇਠ ਬੜੀ ਬੇਦਿਲੀ ਨਾਲ ਜਨਵਰੀ ਅਤੇ ਫਰਵਰੀ 1981 ਵਿੱਚ ਕੇਵਲ ਜਿਨਸਾਂ ਦੇ ਲਾਹੇਵੰਦ ਮੁੱਲ ਦੇਣ ਅਤੇ ਦਰਬਾਰਾ ਸਿੰਘ ਸਰਕਾਰ, ਜੋ ਜੂਨ 1980 ਚ ਮੱਧਕਾਲੀ ਚੋਣਾਂ 'ਚ ਅਕਾਲੀਆਂ ਨੂੰ ਹਰਾ ਕੇ ਸੱਤਾ 'ਚ ਆਈ ਸੀ, ਵੱਲੋਂ ਬੱਸ ਕਿਰਾਇਆਂ 'ਚ ਕੀਤੇ ਗਏ ਵਾਅਦੇ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ। ਦੋਵੇਂ ਕਮਿਊਨਿਸਟ ਪਾਰਟੀਆਂ CPI ਤੇ CPI-M ਵੀ ਅੰਦੋਲਨ ਵਿੱਚ ਸ਼ਾਮਲ ਹੋ ਗਏ। ਇਸ ਅੰਦੋਲਨ ਨੇ ਜਨਤਾ ਤੇ ਕੋਈ ਪ੍ਰਭਾਵ ਨਾ ਪਾਇਆ ਤੇ ਇਸ ਲਈ ਇਹ ਨੀਰਸ ਹੋ ਗਿਆ। ਉਹਨਾਂ ਦੀ ਇਸ ਤਰਸਯੋਗ ਦਸ਼ਾ ਨੂੰ ਦੇਖ ਕੇ ਦੋਹਾਂ ਕਮਿਊਨਿਸਟ ਪਾਰਟੀਆਂ ਨੇ ਅਕਾਲੀਆਂ ਦੀ ਭਾਈਵਾਲੀ ਛੱਡ ਦਿੱਤੀ। ਹੁਣ ਅਕਾਲੀ ਕਿਸੇ ਅਜਿਹੇ ਨਵੇਂ ਮੁੱਦੇ ਦੀ ਭਾਲ ਵਿੱਚ ਸਨ ਜੋ ਜਨਤਾ ਨੂੰ ਉਹਨਾਂ ਨਾਲ ਰਲਣ ਲਈ ਆਕਰਸ਼ਿਤ ਕਰ ਸਕੇ। ਉਹਨਾਂ ਸਤਲੁਜ ਜਮਨਾ ਲਿੰਕ ਨਹਿਰ SYL, ਜਿਸ ਨੇ ਕਿ ਪੰਜਾਬ ਦੇ ਕਿਸਾਨਾਂ ਦੀ ਕੀਮਤ ਤੇ ਸਤਲੁਜ ਦਾ ਪਾਣੀ ਹਰਿਆਣੇ ਨੂੰ ਲੈ ਕੇ ਜਾਣਾ ਸੀ, ਦੀ ਖੁਦਾਈ ਵਿਰੁੱਧ ਅੰਦੋਲਨ ਸ਼ੁਰੂ ਕਰਕੇ ਆਪਣੀ ਕਿਸਮਤ ਅਜਮਾਈ। ਉਹਨਾਂ ਪ੍ਰਣ ਕੀਤਾ ਕਿ ਉਹ ਪਟਿਆਲਾ ਦੇ ਕਪੂਰੀ ਪਿੰਡ ਨੇੜੇ 24 ਅਪ੍ਰੈਲ 1982 ਦੇ ਦਿਨ ਨਹਿਰ ਦੀ ਪੁਟਾਈ ਰੋਕਣਗੇ। ਇਹ ਅੰਦੋਲਨ ਵੀ ਕਿਸਾਨਾਂ ਨੂੰ ਅਕਾਲੀ ਨੇਤਾਵਾਂ ਦੁਆਲੇ ਇਕੱਤਰ ਕਰਨ ਵਿੱਚ ਅਸਫਲ ਰਿਹਾ ਅਤੇ ਠੋਸ ਹੋ ਗਿਆ। ਘੜੀ ਮੁੜੀ ਅਤੇ ਉੱਪਰੋਂ ਥੱਲੀ ਹੋਈਆਂ ਨਾਕਾਮੀਆਂ ਨੇ ਅਕਾਲੀਆਂ ਦਾ ਮਨੋਬਲ ਡੇਗ ਦਿੱਤਾ ਅਤੇ ਲੌਂਗੋਵਾਲ ਨੇ ਬੜੀ ਨਿਰਾਸ਼ਾ ਮਹਿਸੂਸ ਕੀਤੀ। ਲੌਂਗੋਵਾਲ ਸਿੱਖ ਆਵਾਮ ਦੀਆਂ ਭਾਵਨਾਵਾਂ ਟੁੰਬਣ ਵਿੱਚ ਅਸਫਲ ਰਿਹਾ, ਕਿਉਂਕਿ ਉਹ ਲੀਡਰਸ਼ਿਪ ਲਈ ਲੋੜੀਂਦੇ ਸਾਰੇ ਲਾਜ਼ਮੀ ਗੁਣਾਂ ਤੋਂ ਸਖਣਾ ਸੀ। ਉਹ ਰਾਜਸੀ ਦੂਰਦ੍ਰਿਸ਼ਟੀ ਤੋਂ ਕੋਰਾ ਹੋਣ ਕਾਰਨ ਸਿੱਖ ਪੰਥ ਨੂੰ ਨਿੱਘਰ ਸੇਧ ਦੇਣ ਵਿੱਚ ਅਸਫਲ ਰਿਹਾ। ਉਹ ਖਾਲਸੇ ਦੀ ਮਾਨਸਿਕਤਾ ਨੂੰ ਟੁੰਬਣ ਵਾਲੀਆਂ ਕੋਈ ਠੋਸ ਮੰਗਾਂ ਨਿਰਧਾਰਤ ਕਰਨ ਵਿੱਚ ਵੀ ਨਾਕਾਮ ਰਿਹਾ, ਕਿਉਂਕਿ ਉਹ ਖੁਦ ਇੱਕ ਥੋਥਾ ਅਤੇ ਉਤਸ਼ਾਹਹੀਣ ਨੇਤਾ ਸੀ। ਇਸ ਲਈ ਉਸ ਦੀ ਕਮਜ਼ੋਰ ਲੀਡਰਸ਼ਿਪ ਨੇ ਅਕਾਲੀਆਂ ਨੂੰ ਵੀਰਾਨੀ ਵਿੱਚ ਸੁੱਟ ਕੇ ਅਲੱਗ ਥਲੱਗ ਕਰ ਦਿੱਤਾ। ਜਦੋਂ ਲੌਂਗੋਵਾਲ ਪੰਜਾਬ 'ਚ ਨਾਮ ਮਾਤਰ ਲੜਾਈ ਲੜ ਰਿਹਾ ਸੀ ਤਾਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਿੱਲੀ ਵਿਖੇ ਆਨੰਦਪੁਰ ਸਾਹਿਬ ਦੇ ਮਤੇ ਲਈ ਸੰਘਰਸ਼ ਕਰ ਰਿਹਾ ਸੀ। ਉਸ ਨੇ 13 ਅਪ੍ਰੈਲ 1981 ਨੂੰ ਆਪਣਾ ਹੈੱਡਕੁਆਰਟਰ ਦਿੱਲੀ ਵਿਖੇ ਤਬਦੀਲ ਕਰ ਲਿਆ ਅਤੇ ਕੇਵਲ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਦੀ ਇੱਕੋ ਇੱਕ ਮੰਗ ਲੈ ਕੇ ਕੱਲਮ ਕੱਲਾ ਹੀ ਮੋਰਚਾ ਲਾ ਦਿੱਤਾ। ਉਸ ਦਿੱਲੀ ਵਿੱਚ ਆਪਣੀ ਲੜਾਈ ਸ਼ੁਰੂ ਕੀਤੀ ਅਤੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਕੇ ਅਨੇਕਾਂ ਵਾਰ ਜੇਲ੍ਹ ਗਿਆ। ਸੰਤ ਭਿੰਡਰਾਂਵਾਲੇ ਵੱਲੋਂ ਉਸ ਨੂੰ ਅਗਸਤ 1982 ਵਿੱਚ ਪੰਜਾਬ ਵਾਪਸ ਆ ਕੇ ਅਕਾਲੀ ਦਲ ਤੇ ਸੰਤਾਂ ਵੱਲੋਂ ਅੰਮ੍ਰਿਤਸਰ ਤੋਂ ਆਰੰਭੇ ਧਰਮਯੁੱਧ ਮੋਰਚੇ 'ਚ ਸ਼ਾਮਲ ਹੋਣ ਲਈ ਮਨਾ ਲੈਣ ਤੱਕ ਉਹ ਦਿੱਲੀ ਅਤੇ ਤਿਹਾੜ ਜੇਲ੍ਹ ਵਿੱਚ ਹੀ ਰਿਹਾ। ਤਲਵੰਡੀ ਇਸ ਸ਼ਰਤ ਤੇ ਧਰਮਯੁੱਧ ਮੋਰਚੇ 'ਚ ਸ਼ਾਮਲ ਹੋਣ ਲਈ ਸਹਿਮਤ ਹੋਇਆ ਕਿ ਆਨੰਦਪੁਰ ਸਾਹਿਬ ਮਤੇ ਨੂੰ ਲੌਂਗੋਵਾਲ ਵਾਲੇ ਅਕਾਲੀ ਦਲ ਅਤੇ ਸੰਤ ਭਿੰਡਰਾਂਵਾਲੇ ਵੱਲੋਂ ਨਿਸ਼ਚਿਤ ਕੀਤੀਆਂ ਮੰਗਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਰੱਖਿਆ ਜਾਵੇਗਾ। ਸੰਤ ਨੇ ਨਾ ਕੇਵਲ ਉਸ ਦੀ ਇਹ ਸ਼ਰਤ ਹੀ ਮੰਨੀ, ਸਗੋਂ ਤਲਵੰਡੀ ਨੂੰ ਭਰੋਸਾ ਦਿੱਤਾ ਕਿ ਉਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਆਪਣੇ ਮਿਸ਼ਨ ਵਜੋਂ ਅਪਣਾਏਗਾ। ਇਸ ਤੇ ਤਲਵੰਡੀ ਪੰਜਾਬ ਮੁੜ ਆਇਆ ਅਤੇ ਸਤੰਬਰ 1982 ਵਿੱਚ ਧਰਮਯੁੱਧ ਮੋਰਚੇ 'ਚ ਸ਼ਾਮਲ ਹੋ ਗਿਆ। ਤਲਵੰਡੀ ਨੂੰ ਆਨੰਦਪੁਰ ਸਾਹਿਬ ਦੇ ਮਤੇ ਨਾਲ ਇੰਨਾ ਲਗਾਓ ਕਿਉਂ ਸੀ? ਜਦੋਂ 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਤੌਰ ਮੁੱਖ ਮੰਤਰੀ ਅਕਾਲੀ ਸਰਕਾਰ ਬਣਾਈ ਗਈ, ਉਦੋਂ ਤਲਵੰਡੀ ਅਕਾਲੀ ਦਲ ਦਾ ਪ੍ਰਧਾਨ ਸੀ। 27 ਅਤੇ 28 ਅਕਤੂਬਰ 1978 ਨੂੰ ਲੁਧਿਆਣਾ ਵਿਖੇ ਅਕਾਲੀ ਦਲ ਦੀ ਸਾਲਾਨਾ ਆਮ ਕਾਨਫਰੰਸ ਕੀਤੀ ਗਈ। ਜਦੋਂ ਬਾਕੀ ਅਖੌਤੀ ਨਰਮ ਖਿਆਲੀ ਅਕਾਲੀ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨੋਂ ਕੰਨੀ ਕਤਰਾ ਰਹੇ ਸਨ ਤਾਂ ਕਠੋਰ ਨੀਤੀ ਵਾਲੇ ਨੇਤਾ ਵਜੋਂ ਜਾਣੇ ਜਾਂਦੇ ਤਲਵੰਡੀ ਨੇ ਜ਼ੋਰ ਦੇ ਕੇ ਇਸ ਨੂੰ 28 ਅਕਤੂਬਰ ਵਾਲੇ ਦਿਨ ਆਮ ਇਜਲਾਸ ਵਿੱਚ ਪ੍ਰਵਾਨ ਕਰਵਾ ਲਿਆ। ਇਵੇਂ ਇੱਕ ਤਰ੍ਹਾਂ ਨਾਲ ਤਲਵੰਡੀ ਆਨੰਦਪੁਰ ਸਾਹਿਬ ਦੇ ਮਤੇ ਦਾ ਦੂਸਰਾ ਬਾਨੀ ਬਣ ਗਿਆ, ਕਿਉਂ ਜੋ ਅਕਤੂਬਰ 1973 ਵਿੱਚ ਆਨੰਦਪੁਰ ਸਾਹਿਬ ਵਿਖੇ ਤਿਆਰ ਕੀਤੇ ਗਏ ਅਸਲ ਆਨੰਦਪੁਰ ਸਾਹਿਬ ਦੇ ਮਤੇ ਵਿੱਚ
1978 ਵਿੱਚ ਕੁਝ ਕੁ ਸੋਧਾਂ ਕੀਤੀਆਂ ਗਈਆਂ ਸਨ। ਸੋਧੇ ਹੋਏ ਮਤੇ ਵਿੱਚ ਵੀ ਪੰਜਾਬ ਲਈ ਕਾਫੀ ਅਧਿਕਾਰਾਂ ਦੀ ਮੰਗ ਕੀਤੀ ਗਈ ਸੀ, ਜਿਸ ਨਾਲ ਇਹ ਖੁਦ ਮੁਖਤਿਆਰ ਸੂਬਾ ਬਣ ਸਕੇ। ਇਸ ਮਤੇ ਵਿੱਚ ਮੁੱਖ ਰੂਪ ਵਿੱਚ ਇਹ ਅੰਕਿਤ ਸੀ ਕਿ ਸੁਰੱਖਿਆ, ਵਿਦੇਸ਼ੀ ਮਾਮਲੇ, ਕਰੰਸੀ ਅਤੇ ਸੰਚਾਰ ਦੇ ਮਹਿਕਮੇ ਕੇਂਦਰ ਸਰਕਾਰ ਕੋਲੇ ਰਹਿਣ ਅਤੇ ਬਾਕੀ ਸਾਰੇ ਅਧਿਕਾਰ ਸੂਬਿਆਂ ਨੂੰ ਦਿੱਤੇ ਜਾਣ। ਅਧਿਕਾਰਾਂ ਦੀ ਅਜਿਹੀ ਵੰਡ ਸਿੱਖ ਪੰਥ ਦੀਆਂ ਇੱਛਾਵਾਂ ਦੀ ਸੰਤੁਸ਼ਟੀ ਲਈ ਕਾਫੀ ਸੀ। ਇਸੇ ਕਾਰਨ ਹੀ ਬਾਅਦ ਵਿੱਚ ਸੰਤ ਭਿੰਡਰਾਂਵਾਲੇ ਨੇ ਤਹਿ ਦਿਲੋਂ ਇਸ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ ਅਤੇ 1973 ਵਿੱਚ ਅਪਣਾਏ ਗਏ ਆਨੰਦਪੁਰ ਮਤੇ ਦੀ ਪ੍ਰਾਪਤੀ ਲਈ ਪ੍ਰਣ ਲਿਆ। ਲੌਂਗੋਵਾਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਆਖਰਕਾਰ ਇਸ ਮਤੇ ਨੂੰ ਤਿਲਾਂਜਲੀ ਦੇ ਦਿੱਤੀ ਅਤੇ ਰਾਜਸੀ ਸੱਤਾ ਹਾਸਲ ਕਰਨ ਦੀ ਠਾਣ ਲਈ। ਇਹ ਕੇਵਲ ਸੰਤ ਭਿੰਡਰਾਂਵਾਲੇ ਸਨ ਜੋ ਆਪਣੇ ਇਰਾਦੇ ਤੇ ਦ੍ਰਿੜ ਰਹੇ। ਜੁਲਾਈ 1982 ਦੇ ਅੱਧ ਵਿੱਚ ਸੰਤ ਭਿੰਡਰਾਂਵਾਲੇ ਬਿਮਾਰ ਹੋ ਗਏ ਅਤੇ ਉਹਨਾਂ ਦੀ ਦੇਖਭਾਲ ਕਰ ਰਹੇ ਡਾਕਟਰ ਨੇ ਉਹਨਾਂ ਨੂੰ ਇੱਕ ਹਫ਼ਤਾ ਆਰਾਮ ਕਰਨ ਦੀ ਸਲਾਹ ਦਿੱਤੀ। ਇਸੇ ਦੌਰਾਨ ਸੰਤ ਭਿੰਡਰਾਂਵਾਲੇ ਦੇ ਨਿਕਟ ਸਹਿਯੋਗੀ AISSF ਦੇ ਪ੍ਰਧਾਨ ਭਾਈ ਅਮਰੀਕ ਸਿੰਘ ਅਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦੇ ਪ੍ਰਬੰਧਕ ਬਾਬਾ ਠਾਰਾ ਸਿੰਘ ਨੂੰ ਪੁਲਿਸ ਨੇ ਅੰਮ੍ਰਿਤਸਰ ਵਿੱਚ 19 ਜੁਲਾਈ 1982 ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਤੇ ਝੂਠਾ ਫੌਜਦਾਰੀ ਕੇਸ ਪਾ ਕੇ ਹਿਰਾਸਤ ਵਿੱਚ ਰੱਖਿਆ ਗਿਆ। ਸਰਕਾਰ ਦੇ ਇਸ ਕਾਰੇ ਨੇ ਸੰਤ ਭਿੰਡਰਾਂਵਾਲੇ ਨੂੰ ਨਿਆਂ ਖਾਤਰ ਲੜਨ ਲਈ ਮਜਬੂਰ ਕਰ ਦਿੱਤਾ। ਆਪਣੇ ਬਿਮਾਰ ਹੋਣ ਦੇ ਬਾਵਜੂਦ ਉਸ ਨੇ ਉਸੇ ਦਿਨ ਆਪਣਾ ਹੈੱਡਕੁਆਟਰ ਅੰਮ੍ਰਿਤਸਰ ਤਬਦੀਲ ਕਰ ਲਿਆ ਅਤੇ ਗੁਰੂ ਨਾਨਕ ਨਿਵਾਸ ਦੇ ਕਮਰਾ ਨੰਬਰ 47 ਵਿੱਚ ਟਿਕਾਣਾ ਆ ਕੀਤਾ। ਉਹਨੇ ਨਿਆਂ ਪ੍ਰਾਪਤੀ ਦੀ ਆਪਣੀ ਲੜਾਈ ਦੀ ਸਫਲਤਾ ਲਈ ਅਕਾਲ ਤਖਤ ਤੇ ਅਰਦਾਸ ਕੀਤੀ ਅਤੇ 51 ਸਿੰਘਾਂ ਦਾ ਜਥਾ ਗ੍ਰਿਫਤਾਰੀ ਦੇਣ ਲਈ DC ਦੀ ਰਿਹਾਇਸ਼ਗਾਹ ਤੇ ਭੇਜਿਆ। ਜਦੋਂ ਜਥੇ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ DC ਦੀ ਕੋਠੀ ਅੱਗੇ ਸੜਕ ਦੇ ਵਿਚਕਾਰ ਚੌਂਕੜੇ ਮਾਰ ਕੇ ਬੈਠੇ ਰਹੇ ਜਦ ਤੱਕ ਕਿ 19 ਜੁਲਾਈ ਦੀ ਰਾਤ ਨੂੰ ਗ੍ਰਿਫਤਾਰ ਨਾ ਕਰ ਲਏ ਗਏ। ਇਹ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਸੀ। ਸੰਤਾਂ ਵੱਲੋਂ ਫੌਰੀ ਤੌਰ ਤੇ ਨਿਸ਼ਚਿਤ ਮੰਗਾਂ ਸੀ ਕਿ ਭਾਈ ਅਮਰੀਕ ਸਿੰਘ ਅਤੇ ਠਾਰਾ ਸਿੰਘ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਅਤੇ ਉਹਨਾਂ ਤੇ ਪਾਏ ਝੂਠੇ ਕੇਸ ਵਾਪਸ ਲਏ ਜਾਣ। ਇਹਨਾਂ ਸਧਾਰਨ ਦੀਆਂ ਮੰਗਾਂ ਨੂੰ ਨਾ ਮੰਨੇ ਜਾਣ ਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਹੋਇਆ। ਹਰ ਰੋਜ਼ ਮੰਜੀ ਸਾਹਿਬ ਤੋਂ ਗ੍ਰਿਫਤਾਰੀ ਵਾਸਤੇ 51 ਬੰਦਿਆਂ ਦਾ ਜਥਾ ਭੇਜਿਆ ਜਾਂਦਾ। ਇਹ ਸਿਲਸਿਲਾ 19 ਜੁਲਾਈ ਤੋਂ 4 ਅਗਸਤ ਤੱਕ ਨਿਰਵਿਘਨ ਜਾਰੀ ਰਿਹਾ। ਇਸ ਮੋਰਚੇ ਦੀ ਕਾਮਯਾਬੀ ਨੂੰ ਦੇਖਦਿਆਂ ਲੌਂਗੋਵਾਲ ਤੇ ਉਹਦੇ ਸਮਰਥਕਾਂ ਨੂੰ ਆਪਣੀ ਖੁਸ਼ੀ ਛਵੀ ਨੂੰ ਬਹਾਲ ਕਰਨ ਦਾ ਮੌਕਾ ਮਿਲ ਗਿਆ। ਲੌਂਗੋਵਾਲ ਨੇ 25 ਜੁਲਾਈ 1982 ਨੂੰ ਅੰਮ੍ਰਿਤਸਰ ਵਿਖੇ ਅਕਾਲੀ ਦਲ ਦੀ ਐਮਰਜੈਂਸੀ ਮੀਟਿੰਗ ਬੁਲਾਈ ਅਤੇ ਸੰਤ ਭਿੰਡਰਾਂਵਾਲੇ ਨਾਲ ਰਾਏ ਕਰਕੇ 4 ਅਗਸਤ 1982 ਨੂੰ ਰਸਮੀ ਤੌਰ ਤੇ ਮੋਰਚੇ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇੱਕ ਨਿਰਸਵਾਰਥ ਅਤੇ ਬੇਲਾਗ ਧਾਰਮਿਕ ਨੇਤਾ ਹੋਣ ਕਾਰਨ ਸੰਤਾਂ ਨੇ ਲੌਂਗੋਵਾਲ ਨੂੰ ਮੋਰਚੇ ਦਾ ਡਿਕਟੇਟਰ ਬਣਾਉਣਾ ਸਵੀਕਾਰ ਕਰ ਲਿਆ। ਇਹ ਤਾਂ ਮਹਿਜ ਲੌਂਗੋਵਾਲ ਦੀ ਹਉਮੈ ਨੂੰ ਪੱਠੇ ਪਾਉਣ ਅਤੇ ਉਸ ਦੀ ਮੂੰਹ ਰੱਖਣੀ ਖਾਤਰ ਇੱਕ ਜੁਗਤ ਹੀ ਸੀ। ਹਕੀਕਤ ਵਿੱਚ ਗੈਰ ਤਕਨੀਕੀ ਤੌਰ ਤੇ ਮੋਰਚੇ ਦਾ ਡਿਕਟੇਟਰ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਸੀ ਅਤੇ ਇਤਫਾਕ ਵਜੋਂ ਮੋਰਚੇ ਦੇ ਆਰੰਭਕ ਵੀ ਉਹੀ ਸੀ। ਮੋਰਚੇ ਦੇ ਇਸ ਆਰੰਭ ਤੋਂ ਪਹਿਲਾਂ ਹੀ ਸੰਤ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਸਮੇਂ ਧਰਮ ਯੁੱਧ ਮੋਰਚੇ ਦੀ ਰਸਮੀ ਪ੍ਰੰਭਤਾ ਦੇ ਸੂਚਕ ਵਜੋਂ ਗਜਿੰਦਰ ਸਿੰਘ ਦੀ ਅਗਵਾਈ ਹੇਠ ਕੁਝ ਨੌਜਵਾਨ ਇੰਡੀਅਨ 에ਅਰਲਾਈਨ ਦਾ ਹਵਾਈ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸਨ। ਇੱਕ ਹੋਰ ਜਹਾਜ਼ 20 ਅਗਸਤ 1982 ਨੂੰ ਮੁਸੀਬਤ ਸਿੰਘ, ਅਸਲ ਨਾਮ ਮਨਜੀਤ ਸਿੰਘ ਨੇ ਅਗਵਾ ਕਰ ਲਿਆ, ਪਰ ਉਹਨੂੰ ਲਾਹੌਰ ਨਾ ਉਤਰਨ ਦਿੱਤਾ ਗਿਆ ਕਿਉਂਕਿ ਭਾਰਤ ਸਰਕਾਰ ਪਹਿਲਾਂ ਹੀ ਪਾਕਿਸਤਾਨ ਕੋਲ ਇਹਦੇ ਸੰਬੰਧੀ ਰੋਸ ਜ਼ਾਹਰ ਕਰ ਚੁੱਕੀ ਸੀ। ਜਹਾਜ਼ ਵਾਪਸ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ਤੇ ਉਤਰਿਆ ਅਤੇ ਅਗਵਾਕਾਰ ਨੂੰ ਆਤਮ ਸਮਰਪਣ ਲਈ ਪ੍ਰੇਰਿਆ ਗਿਆ, ਪਰੰਤੂ ਪੁਲਿਸ ਨੇ ਉਸ ਤੇ ਅਦਾਲਤੀ ਕੇਸ ਚਲਾਏ ਬਿਨਾਂ ਹੀ ਧੋਖੇ ਨਾਲ ਉਸ ਨੂੰ ਗੋਲੀ ਮਾਰ ਦਿੱਤੀ। ਸਰਕਾਰ ਦੇ ਇਸ ਵਹਿਸ਼ੀਆਨਾ ਕਾਰੇ ਤੋਂ ਸੰਤ ਭਿੰਡਰਾਂਵਾਲਾ ਗੁੱਸੇ ਵਿੱਚ ਆਇਆ ਤੇ ਉਹਨੇ ਐਲਾਨ ਕੀਤਾ ਕਿ ਇਹ ਸਿੱਖਾਂ ਨਾਲ ਭਾਰੀ ਅਨਿਆਂ ਹੈ। ਉਸ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਕੇਂਦਰ ਵਿੱਚ
ਜਨਤਾ ਪਾਰਟੀ ਸੱਤਾ ਵਿੱਚ ਸੀ ਤਾਂ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਵਿਰੁੱਧ ਰੋਸ ਵਜੋਂ ਦੋ ਪਾਂਡੇ ਭਰਾਵਾਂ ਨੇ ਜਹਾਜ਼ ਅਗਵਾ ਕੀਤਾ ਸੀ। ਪਰ ਇੰਦਰਾ ਗਾਂਧੀ ਨੇ 1980 ਵਿੱਚ ਮੁੜ ਸੱਤਾ ਹਥਿਆਉਣ ਉਪਰੰਤ ਉਹਨਾਂ ਦੋਵਾਂ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਅਤੇ ਲੋਕ ਸਭਾ 'ਚ ਸੀਟਾਂ ਦੇ ਕੇ ਨਿਵਾਜਿਆ ਸੀ। ਇਹ ਮਨਜੀਤ ਸਿੰਘ, ਜਿਸ ਨੂੰ ਪਾਂਡੇ ਭਰਾਵਾਂ ਵਰਗੀ ਹੀ ਕਾਰਵਾਈ ਕਰਨ ਬਦਲੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਦੇ ਕੇਸ ਤੋਂ ਬਿਲਕੁਲ ਭਿੰਨ ਸੀ। ਪਰ ਤਾਂ ਵੀ ਇਸ ਦੁਖਾਂਤਕ ਘਟਨਾ ਨੇ ਮੋਰਚੇ ਨੂੰ ਹੁਲਾਰਾ ਦਿੱਤਾ ਤੇ ਇਸ ਵਿੱਚ ਹੋਰ ਤੇਜ਼ੀ ਆ ਗਈ। 2 ਮਹੀਨੇ ਦੇ ਥੋੜ੍ਹੇ ਜਿਹੇ ਸਮੇਂ 'ਚ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਅਕਾਲੀ ਵਰਕਰਾਂ ਨਾਲ ਧੂੜੀਆਂ ਗਈਆਂ। ਇੱਥੋਂ ਤੱਕ ਕਿ ਸਰਕਾਰੀ ਇਮਾਰਤਾਂ ਵਿੱਚ ਤਿਆਰ ਕੀਤੀਆਂ ਗਈਆਂ ਆਰਜ਼ੀ ਜੇਲ੍ਹਾਂ ਵੀ ਗੁੰਜਾਇਸ਼ ਨਾਲੋਂ ਵੱਧ ਭਰ ਗਈਆਂ। ਸੱਚਮੁੱਚ ਹੀ ਅਜਿਹੀ ਕੋਈ ਜਗ੍ਹਾ ਨਹੀਂ ਸੀ ਬਚੀ ਜਿੱਥੇ ਗ੍ਰਿਫਤਾਰ ਕੀਤੇ ਅਕਾਲੀ ਵਲੰਟੀਅਰਾਂ ਨੂੰ ਨਜ਼ਰਬੰਦ ਕੀਤਾ ਜਾ ਸਕਦਾ। ਵਲੰਟੀਅਰਾਂ ਨਾਲ ਖਚਾਖਚ ਭਰੀਆਂ ਬੱਸਾਂ ਕਈ ਦਿਨ ਅਤੇ ਕਈ ਵਾਰ ਹਫ਼ਤਿਆਂ ਬੱਧੀ ਜੇਲ੍ਹਾਂ ਦੇ ਬਾਹਰ ਜਗ੍ਹਾ ਮਿਲਣ ਦੀ ਉਡੀਕ 'ਚ ਖੜੀਆਂ ਰਹੀਆਂ। ਪਰੰਤੂ ਸਿੱਖਾਂ ਦਾ ਵਹਿਣ ਬੇਰੋਕ ਜਾਰੀ ਰਿਹਾ। ਬੁੱਢਿਆਂ ਅਤੇ ਨੌਜਵਾਨਾਂ ਵਿੱਚ ਇੱਕੋ ਜਿਹਾ ਅਸਾਧਾਰਨ ਉਮਾਹ ਅਤੇ ਟਹਿਕਵਾਂ ਜੋਸ਼ ਦੇਖਿਆ ਜਾ ਸਕਦਾ ਸੀ। ਗਾਤਰੇ, ਕਿਰਪਾਨਾਂ ਭਾਈ ਅਤੇ ਨੀਲੀਆਂ ਪੱਗਾਂ ਤੇ ਕੇਸਰੀ ਪੱਟੀਆਂ ਬੰਨ੍ਹੀ ਵਲੰਟੀਅਰਾਂ ਅਤੇ ਕੇਸਰੀ ਦੁਪੱਟੇ ਸਿਰਾਂ ਤੇ ਲਈ ਔਰਤਾਂ ਨੇ ਪੰਜਾਬ ਦੀ ਫਿਜ਼ਾ ਨੂੰ ਰਾਜ ਕਰੇਗਾ ਖਾਲਸਾ ਅਤੇ ਦੇਗ ਤੇਗ ਫਤਿਹ ਦੇ ਰਵਾਇਤੀ ਨਾਅਰਿਆਂ ਨਾਲ ਗੂੰਜਾ ਦਿੱਤਾ। ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਸਮੁੱਚਾ ਸਿੱਖ ਪੰਥ ਕਿਸੇ ਮਿਸ਼ਨ ਤੇ ਸੀ। ਅਕਾਲੀ ਲਹਿਰਾਂ ਦੇ ਇਤਿਹਾਸ ਵਿੱਚ ਇਹ ਮੋਰਚਾ ਇੱਕ ਸ਼ਾਨਦਾਰ ਕਾਮਯਾਬੀ ਸੀ। ਜਦੋਂ ਮੋਰਚਾ ਪੂਰੇ ਜੋਬਨ ਤੇ ਸੀ ਤਾਂ 11 ਸਤੰਬਰ 1982 ਨੂੰ ਇੱਕ ਦੁਖਾਂਤਕ ਘਟਨਾ ਵਾਪਰੀ। ਗ੍ਰਿਫਤਾਰ ਕੀਤੇ ਅਕਾਲੀ ਵਰਕਰਾਂ ਨਾਲ ਖਚਾਖਚ ਭਰੀ ਬੱਸ ਤਰਨਤਾਰਨ ਵਿਖੇ ਰੇਲਵੇ ਫਾਟਕ ਤੇ ਤੇਜ਼ੀ ਨਾਲ ਆ ਰਹੀ ਰੇਲ ਗੱਡੀ ਵਿੱਚ ਟਕਰਾ ਗਈ ਤੇ 34 ਸਿੱਖ ਮਾਰੇ ਗਏ ਅਤੇ ਵੱਡੀ ਗਿਣਤੀ ਵਿੱਚ ਗੰਭੀਰ ਰੂਪ 'ਚ ਜ਼ਖਮੀ ਹੋਏ। ਇਹ ਕੋਈ ਸਧਾਰਨ ਦੁਰਘਟਨਾ ਨਹੀਂ ਸੀ, ਸਗੋਂ ਇਹ ਕਾਰਾ ਪੰਜਾਬ ਦੇ ਜ਼ਾਲਮ ਤੇ ਚਲਾਕ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸ਼ਹਿ ਤੇ ਅਧਿਕਾਰੀਆਂ ਵੱਲੋਂ ਗਿਣ ਮਿੱਥ ਕੇ ਕੀਤਾ ਗਿਆ ਪ੍ਰਤੀਤ ਹੁੰਦਾ ਸੀ। ਸ਼ਾਇਦ ਉਹ ਸਿੱਖਾਂ ਦੇ ਵਿਦਰੋਹੀ ਜੋਸ਼ ਅਤੇ ਉਮਾਹ ਨੂੰ ਮੱਠਾ ਕਰਨਾ ਚਾਹੁੰਦਾ ਸੀ, ਪਰ ਉਹ ਆਪਣੇ ਮਨਹੂਸ ਮਨਸੂਬੇ ਵਿੱਚ ਅਸਫਲ ਰਿਹਾ। ਉਸ ਦੇ ਇਸ ਘਟੀਆ ਕਾਰੇ ਦਾ ਉਲਟ ਨਤੀਜਾ ਨਿਕਲਿਆ। ਸੰਤ ਭਿੰਡਰਾਂਵਾਲੇ ਨੇ ਇਸ ਵਹਿਸ਼ੀ ਕਾਰੇ ਲਈ ਜਨਤਕ ਤੌਰ ਤੇ ਦਰਬਾਰਾ ਸਿੰਘ ਨੂੰ ਦੋਸ਼ੀ ਠਹਿਰਾਇਆ ਅਤੇ ਮਾਰੇ ਗਏ ਸਾਰੇ ਵਰਕਰਾਂ ਨੂੰ ਸ਼ਹੀਦਾਂ ਦਾ ਖਿਤਾਬ ਦਿੱਤਾ। ਇਸ ਮਨਹੂਸ ਕਾਰੇ ਵਿਰੁੱਧ ਰੋਸ ਪ੍ਰਗਟ ਕਰਨ ਖਾਤਰ 10 ਤੇ 11 ਅਕਤੂਬਰ 1982 ਨੂੰ ਦਿੱਲੀ ਵਿਖੇ ਭਾਰੀ ਜਲੂਸ ਕੱਢਣ ਦੇ ਮੰਤਵ ਨਾਲ ਅਕਾਲੀ ਆਗੂ ਆਪਣੀ ਅਗਵਾਈ ਹੇਠ ਵਰਕਰਾਂ ਨੂੰ ਦਿੱਲੀ ਲੈ ਕੇ ਆਏ। ਜਦੋਂ ਅਕਾਲੀ ਹਰਿਆਣੇ ਵਿੱਚੋਂ ਹੀ ਲੰਘੇ ਤਾਂ ਮੁੱਖ ਮੰਤਰੀ ਭਜਨ ਲਾਲ ਦੇ ਇਸ਼ਾਰੇ ਤੇ ਪੁਲਿਸ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ, ਰੋਕਿਆ, ਕੁੱਟਿਆ ਤੇ ਉਹਨਾਂ ਉੱਪਰ ਗੋਲੀ ਤੱਕ ਚਲਾ ਦਿੱਤੀ। ਅਜਿਹੀਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅਕਾਲੀ ਦਿੱਲੀ ਪਹੁੰਚੇ ਅਤੇ ਉਹਨਾਂ ਭਾਰੀ ਜਲੂਸ ਕੱਢਿਆ। ਆਪਣੀਆਂ ਮੰਗਾਂ ਦੀ ਸੂਚੀ ਪੇਸ਼ ਕਰਨ ਦੇ ਮਕਸਦ ਨਾਲ ਪਾਰਲੀਮੈਂਟ ਵੱਲ ਵਧ ਰਹੇ ਇਨ੍ਹਾਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਨੇ 11 ਅਕਤੂਬਰ ਨੂੰ ਗੋਲੀ ਚਲਾ ਦਿੱਤੀ। ਫਾਇਰਿੰਗ ਨਾਲ ਅੱਧੀ ਦਰਜਨ ਅਕਾਲੀ ਮਾਰੇ ਗਏ ਅਤੇ ਦਰਜਨ ਤੋਂ ਵੱਧ ਫੱਟੜ ਹੋਏ। ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੋਣ ਕਰਕੇ ਇੰਦਰਾ ਗਾਂਧੀ ਬੁਰੀ ਤਰ੍ਹਾਂ ਹਿੱਲ ਗਈ। ਉਸ ਨੇ ਘਬਰਾਹਟ 'ਚ ਆ ਕੇ ਜੇਲ੍ਹਾਂ 'ਚ ਨਜ਼ਰਬੰਦ ਸਾਰੇ ਅਕਾਲੀ ਵਲੰਟੀਅਰਾਂ ਦੀ ਰਿਹਾਈ ਦੇ ਹੁਕਮ ਦੇ ਦਿੱਤੇ। ਦਰਅਸਲ ਸਾਰੀਆਂ ਜੇਲ੍ਹਾਂ ਸੰਤ ਭਿੰਡਰਾਂਵਾਲੇ ਦੇ ਸਮਰਥਕ ਸਿੱਖਾਂ ਅਤੇ ਅਕਾਲੀ ਵਰਕਰਾਂ ਨਾਲ ਨੱਕੋ ਨੱਕ ਭਰੀਆਂ ਪਈਆਂ ਸਨ ਅਤੇ ਉਹਨਾਂ ਤੇ ਬੇਰੋਕ ਹੜ੍ਹ ਨੂੰ ਸਾਂਭਣ ਲਈ ਪੰਜਾਬ 'ਚ ਉੱਕਾ ਹੀ ਕੋਈ ਥਾਂ ਨਹੀਂ ਸੀ ਬਚੀ। ਧੋਖੇਬਾਜ਼ ਤੇ ਚਲਾਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਤਣਾਅ ਘਟਾਉਣ ਦਾ ਮੌਕਾ ਮਿਲ ਗਿਆ। ਇਸ ਲਈ ਉਸਨੇ ਅਕਾਲੀਆਂ ਦੀਆਂ ਜ਼ਖਮੀ ਹੋਈਆਂ ਭਾਵਨਾਵਾਂ ਤੇ ਮਲਮ ਲਾਉਣ ਦਾ ਟਕਵੰਜ ਕਰਕੇ ਸਾਰੇ ਵਲੰਟੀਅਰਾਂ ਦੀ ਰਿਹਾਈ ਦਾ ਹੁਕਮ ਦੇ ਦਿੱਤਾ, ਪਰ ਉਹਨਾਂ ਜੇਲ੍ਹਾਂ 'ਚੋਂ ਨਿਕਲਣ ਤੋਂ ਇਨਕਾਰ ਕਰ ਦਿੱਤਾ। ਦਰਬਾਰਾ ਸਿੰਘ ਸਰਕਾਰ ਨੇ ਨਜ਼ਰਬੰਦਾਂ ਨੂੰ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਇਹ ਉਹਨਾਂ ਨੂੰ ਜੇਲ੍ਹਾਂ ਖਾਲੀ ਕਰਨ ਲਈ ਮਜਬੂਰ ਕਰਨ ਵਾਸਤੇ ਦਾ ਪੇਚ ਸੀ, ਪਰ ਉਹ ਢਿੱਲੇ ਨਾ ਪਏ। ਸੰਤ ਭਿੰਡਰਾਂਵਾਲੇ ਨੇ ਉਹਨਾਂ ਦੇ ਜੇਲ੍ਹਾਂ 'ਚ ਹੀ ਅੜੇ ਰਹਿਣ ਦੀ ਇੱਛਾ ਪ੍ਰਗਟਾਈ, ਪਰ ਲੌਂਗੋਵਾਲ ਨੇ ਉਸ ਦੇ ਸਟੈਂਡ ਦੀ ਵਿਰੋਧਤਾ ਕੀਤੀ।
ਮੋਰਚੇ ਦਾ ਡਿਕਟੇਟਰ ਹੋਣ ਦੀ ਹੈਸੀਅਤ ਵਿੱਚ ਉਸ ਨੇ ਵਲੰਟੀਅਰਾਂ ਨੂੰ ਜੇਲ੍ਹਾਂ ਤੋਂ ਬਾਹਰ ਆਉਣ ਦਾ ਨਿਰਦੇਸ਼ ਦਿੱਤਾ ਅਤੇ ਉਹ ਜੇਤੂਆਂ ਵਾਂਗ ਬਾਹਰ ਆਏ। ਜ਼ਾਹਰਾ ਤੌਰ ਤੇ ਇਹ ਸੂਬਾ ਅਤੇ ਕੇਂਦਰ ਸਰਕਾਰ ਦੀ ਮੁਕੰਮਲ ਹਾਰ ਸੀ। ਇਹ ਅਕਾਲੀਆਂ ਵੱਲੋਂ ਜਿੱਤਿਆ ਗਿਆ ਲੜਾਈ ਦਾ ਪਹਿਲਾ ਦੌਰ ਸੀ, ਜੋ ਦੇਖਣ ਵਿੱਚ ਲੌਂਗੋਵਾਲ ਦੀ ਅਗਵਾਈ ਹੇਠ ਲੜੀ ਗਈ ਸੀ, ਪਰ ਜਿਸ ਦਾ ਅਸਲ ਸਿਹਰਾ ਸੰਤ ਭਿੰਡਰਾਂਵਾਲੇ ਦੀ ਰਹਿਨੁਮਾਈ ਅਤੇ ਪ੍ਰੇਰਨਾ ਦੇ ਸਿਰ ਸੀ। ਇਸ ਤਰ੍ਹਾਂ ਧਰਮ ਯੁੱਧ ਮੋਰਚੇ ਦਾ ਪਹਿਲਾ ਪੜਾਅ ਖਤਮ ਹੋਇਆ। ਭਾਗ ਦੂਜਾ। ਧਰਮ ਯੁੱਧ ਮੋਰਚੇ ਦਾ ਪਹਿਲਾ ਜੇਲ੍ਹ ਭਰੋ ਦੌਰ ਬੇਮਿਸਾਲ ਕਾਮਯਾਬੀ ਨਾਲ ਨੇਪਰੇ ਚੜ੍ਹਿਆ। ਦੂਜਾ ਪੜਾਅ ਸਿੱਖਾਂ ਵੱਲੋਂ ਫੇਰ ਦਿੱਲੀ ਵੱਲ ਕੂਚ ਕਰਦਿਆਂ ਸ਼ੁਰੂ ਹੋਇਆ। ਕਾਂਗਰਸ ਆਈ ਸਰਕਾਰ ਵੱਲੋਂ ਨਵੰਬਰ-ਦਸੰਬਰ 1982 ਵਿੱਚ ਦਿੱਲੀ ਵਿਖੇ ਏਸ਼ੀਆਡ ਖੇਡਾਂ ਕਰਾਈਆਂ ਗਈਆਂ। ਬਹੁਤ ਸਾਰੇ ਏਸ਼ੀਅਨ, ਅਫਰੀਕਨ ਅਤੇ ਅਰਬ ਦੇਸ਼ਾਂ ਨੇ ਇਨ੍ਹਾਂ ਖੇਡਾਂ 'ਚ ਭਾਗ ਲਿਆ। ਹਿੱਸਾ ਲੈਣ ਵਾਲੇ ਦੇਸ਼ਾਂ 'ਚ ਰੂਸ, ਚੀਨ ਅਤੇ ਜਾਪਾਨ ਪ੍ਰਮੁੱਖ ਸਨ। ਅਕਾਲੀ ਦਲ ਨੇ ਵਿਦੇਸ਼ੀ ਨੁਮਾਇੰਦਿਆਂ ਨੂੰ ਆਪਣੀਆਂ ਮੰਗਾਂ ਦਾ ਚਾਰਟਰ ਵੰਡਣ ਲਈ ਕੁਝ ਅਕਾਲੀ ਵਰਕਰਾਂ ਨੂੰ ਦਿੱਲੀ ਭੇਜਣ ਦਾ ਨਿਰਣਾ ਲਿਆ। ਉਨ੍ਹਾਂ ਦਾ ਮਕਸਦ ਕੇਵਲ ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਦੁਬੇਲ ਬਣਾਉਣ ਲਈ ਅਪਣਾਏ ਜਾ ਰਹੇ ਜ਼ੁਲਮੀ ਅਤੇ ਦਮਨਕਾਰੀ ਹੱਥ ਕੰਡਿਆਂ ਵੱਲ ਹੋਰਨਾਂ ਦੇਸ਼ਾਂ ਦਾ ਧਿਆਨ ਦਿਵਾਉਣਾ ਅਤੇ ਉਨ੍ਹਾਂ ਨੂੰ ਆਪਣੀਆਂ ਵਾਜਬ ਮੰਗਾਂ ਤੋਂ ਜਾਣੂ ਕਰਵਾਉਣਾ ਸੀ। ਇੰਦਰਾ ਗਾਂਧੀ ਨੇ ਖੇਡਾਂ ਦਾ ਇੰਚਾਰਜ ਰਾਜੀਵ ਗਾਂਧੀ ਨੂੰ ਬਣਾਇਆ ਸੀ, ਜੋ ਉਸ ਸਮੇਂ ਕਾਂਗਰਸ ਆਈ ਦਾ ਜਨਰਲ ਸਕੱਤਰ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਅਕਾਲੀ ਆਪਣੀਆਂ ਮੰਗਾਂ ਕੌਮਾਂਤਰੀ ਫੋਰਮ ਤੇ ਲਿਆਉਣ ਲਈ ਵਜਿੱਦ ਹਨ, ਤਾਂ ਉਹ ਚਿੰਤਤ ਅਤੇ ਭੈਭੀਤ ਹੋ ਉੱਠਿਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਆਪਣੇ ਪੁੱਤਰ ਦੀ ਚਿੰਤਾ ਵਿੱਚ ਸ਼ਰੀਕ ਹੋਈ। ਇਸ ਲਈ ਭਾਰਤ ਸਰਕਾਰ ਨੇ ਖੇਡਾਂ ਦੇ ਸੰਚਾਲਨ ਦੌਰਾਨ ਸਾਰੇ ਸਿੱਖਾਂ ਦੇ ਦਿੱਲੀ ਵਿੱਚ ਦਾਖਲੇ ਨੂੰ ਰੋਕਣ ਦਾ ਫੈਸਲਾ ਕੀਤਾ। ਦਿੱਲੀ ਜਾ ਰਹੇ ਸਾਰੇ ਸਿੱਖਾਂ ਨੂੰ, ਭਾਵੇਂ ਕੋਈ ਨਿੱਜੀ ਮਕਸਦ ਲਈ ਜਾ ਰਿਹਾ ਹੋਵੇ, ਦਿੱਲੀ ਦੀ ਹਦੂਦ ਅੰਦਰ ਦਾਖਲ ਹੋਣੋਂ ਰੋਕ ਦਿੱਤਾ ਗਿਆ। ਪੰਜਾਬ ਤੋਂ ਦਿੱਲੀ ਨੂੰ ਜਾਂਦੇ ਸਭ ਰਸਤੇ ਮੁਕੰਮਲ ਤੌਰ ਤੇ ਸੀਲ ਕਰ ਦਿੱਤੇ ਗਏ। ਦੇਸ਼ ਦੀ ਰਾਜਧਾਨੀ ਕਿਸੇ ਵੀ ਤਰ੍ਹਾਂ ਦੇ ਸਰੂਪ ਵਾਲੇ ਅਤੇ ਕਿਸੇ ਵੀ ਰਾਜਸੀ ਪਾਰਟੀ ਨਾਲ ਸੰਬੰਧਿਤ ਸਿੱਖਾਂ ਲਈ ਦਾਖਲੇ ਤੋਂ ਵਿਵਰਜਿਤ ਕਰ ਦਿੱਤੀ ਗਈ। ਚਾਹੇ ਕੋਈ ਜਿੱਡੇ ਮਰਜ਼ੀ ਰੁਤਬੇ ਦਾ ਮਾਲਕ ਸੀ, ਹਰ ਸਿੱਖ ਨੂੰ ਆਵਾਜਾਈ ਦੇ ਹਰ ਵਾਹਨ ਚੋਂ ਘੜੀਸ ਕੇ ਬਾਹਰ ਕੱਢਿਆ ਗਿਆ ਅਤੇ ਪਰੇਸ਼ਾਨ ਤੇ ਜਲੀਲ ਕੀਤਾ ਗਿਆ। ਇੱਥੋਂ ਤੱਕ ਕਿ ਉਹਨਾਂ ਨੂੰ ਹਰਿਆਣਾ ਦੀਆਂ ਨੀਮ ਫੌਜੀ ਟੁਕੜੀਆਂ ਵੱਲੋਂ ਗ੍ਰਿਫਤਾਰ ਅਤੇ ਨਜ਼ਰਬੰਦ ਵੀ ਕੀਤਾ ਗਿਆ। ਸਾਬਕਾ ਚੀਫ ਏਅਰ ਮਾਰਸ਼ਲ ਅਰਜਨ ਸਿੰਘ ਵਰਗੀ ਪ੍ਰਮੁੱਖ ਹਸਤੀ ਨੂੰ ਵੀ ਤਵਸਬੀ ਹਿੰਦੂ ਨੀਮ ਫੌਜੀ ਬਲਾਂ ਅਤੇ ਪੁਲਿਸ ਵੱਲੋਂ ਜਲੀਲ ਕੀਤਾ ਗਿਆ। ਹਾਈ ਕੋਰਟ ਦੇ ਜੱਜਾਂ ਅਤੇ ਬ੍ਰਿਗੇਡੀਅਰ ਜਿਹੇ ਪਤਵੰਤਿਆਂ ਸਮੇਤ ਹਰ ਸਿੱਖ ਨੂੰ ਨਿਰਾਦਰ ਸਹਿਣਾ ਪਿਆ। ਹਰਿਆਣਾ ਪੁਲਿਸ ਨੇ ਕਾਂਗਰਸ ਆਈ ਦੀ MP ਅਮਰਜੀਤ ਕੌਰ ਤੱਕ ਨੂੰ ਵੀ ਨਾਮ ਬਖਸ਼ਿਆ। ਸਿੱਖਾਂ ਦੇ ਵਿਰੁੱਧ ਇਸ ਵਧੀਕੀ ਅਤੇ ਤਬਾਹੀ ਨੇ ਉਹਨਾਂ ਦੀ ਮਨ ਆਤਮਾ ਨੂੰ ਹੋਰ ਵੀ ਜ਼ਖਮੀ ਕੀਤਾ ਅਤੇ ਉਹਨਾਂ ਨੂੰ ਇਹ ਰਾਏ ਬਣਾਉਣ ਲਈ ਮਜਬੂਰ ਕਰ ਦਿੱਤਾ ਕਿ ਭਾਰਤ ਸਰਕਾਰ ਉਹਨਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਓ ਕਰ ਰਹੀ ਹੈ। ਭਾਰਤ ਸਰਕਾਰ ਦੇ ਇਨ੍ਹਾਂ ਸਾਰੇ ਇhtiyati ਪ੍ਰਬੰਧਾਂ ਦੇ ਬਾਵਜੂਦ ਕੁਝ ਸਿੱਖ ਨੌਜਵਾਨ ਸਟੇਡੀਅਮ ਅੰਦਰ ਦਾਖਲ ਹੋ ਕੇ ਵਿਦੇਸ਼ੀ ਪ੍ਰਤੀਨਿਧਾਂ ਨੂੰ ਕਿਤਾਬਚੇ ਵੰਡਣ ਵਿੱਚ ਸਫਲ ਹੋ ਗਏ ਅਤੇ ਵਿਦੇਸ਼ੀ ਨੁਮਾਇੰਦੇ ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਪੱਖਪਾਤੀ ਵਿਹਾਰ ਤੋਂ ਜਾਣੂ ਹੋ ਗਏ। ਇਵੇਂ ਭਾਰਤ ਸਰਕਾਰ ਦੀ ਇਹ ਮੂਰਖਾਨਾ ਕਾਰਵਾਈ ਪੰਜਾਬ ਸਮੱਸਿਆ ਦੇ ਸੰਦਰਭ ਵਿੱਚ ਪ੍ਰਚਾਰ ਨੂੰ ਠੁੱਸ ਕਰਨ ਵਿੱਚ ਨਾਕਾਮ ਸਾਬਤ ਹੋਈ, ਸਗੋਂ ਅਸਿੱਧੇ ਤੌਰ ਤੇ ਇਸ ਦਾ ਚੋਖਾ ਪ੍ਰਚਾਰ ਹੋ ਗਿਆ, ਜਿੰਨਾ ਕਿ ਅਕਾਲੀ ਦਲ ਨੇ ਵੀ ਨਹੀਂ ਸੀ ਵਿਉਂਤਿਆ। ਤਕਰੀਬਨ ਹਰ ਵਰਗ ਦੇ ਸਿੱਖਾਂ ਨੇ ਏਸ਼ੀਅਨ ਖੇਡਾਂ ਦੌਰਾਨ ਉਹਨਾਂ ਜਾਂ ਉਹਨਾਂ ਦੇ ਸੰਬੰਧੀਆਂ ਵੱਲੋਂ ਭੋਗੀ ਜਲਾਲਤ ਵਿਰੁੱਧ ਤਿੱਖਾ ਪ੍ਰਤੀਕਰਮ ਜ਼ਾਹਰ ਕੀਤਾ। ਇਸ ਮੌਕੇ ਦਾ ਪੂਰਾ ਲਾਭ ਉਠਾਉਂਦਿਆਂ ਅਕਾਲੀ ਦਲ ਨੇ 4 ਅਪ੍ਰੈਲ 1983 ਨੂੰ ਰਸਤਾ ਰੋਕੋ ਪ੍ਰੋਗਰਾਮ ਦਾ ਸੱਦਾ ਦੇ ਦਿੱਤਾ। ਉਹਨਾਂ ਦੇ ਇਸ ਸੱਦੇ ਨੂੰ ਕਮਾਲ ਦਾ ਹੁੰਗਾਰਾ ਮਿਲਿਆ। ਪੰਜਾਬ ਚੋਂ ਗੁਜ਼ਰਨ ਵਾਲੇ ਸਾਰੇ ਪ੍ਰਦੇਸ਼ਕ ਅਤੇ ਕੌਮੀ ਸ਼ਾਹਰਾਹ ਵਲੰਟੀਅਰਾਂ ਦੀ ਭੀੜ ਨਾਲ ਜਾਮ ਹੋ ਗਏ। ਲੱਖਾਂ ਲੋਕ ਇਕੱਤਰ ਹੋਏ ਅਤੇ ਸੜਕਾਂ ਦੇ ਵਿਚਕਾਰੇ ਚੌਂਕੜੇ ਮਾਰ ਕੇ ਬੈਠ ਗਏ। ਨਤੀਜੇ ਵਜੋਂ ਪੰਜਾਬ ਅੰਦਰ ਕਿਧਰੇ ਵੀ ਕੋਈ ਵੀ ਬੱਸ ਜਾਂ ਆਵਾਜਾਈ ਦਾ ਕੋਈ ਹੋਰ ਸਾਧਨ ਨਾ ਚੱਲਣ ਦਿੱਤਾ ਗਿਆ। ਇਹ ਪ੍ਰੋਗਰਾਮ ਮੁਕੰਮਲ ਸਫਲਤਾ ਸਿੱਧ ਹੋਇਆ। ਭਾਵੇਂ ਸਿੱਖਾਂ ਨੂੰ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦਰਜਨ ਦੇ ਕਰੀਬ ਵਰਕਰਾਂ ਦੇ ਰੂਪ ਵਿੱਚ
ਕੀਮਤ ਤਾਰਨੀ ਪਈ। ਬਹੁਤ ਸਾਰੇ ਵਰਕਰ ਫੱਟੜ ਅਤੇ ਨਕਾਰਾ ਕਰ ਦਿੱਤੇ ਗਏ। ਇਸ ਸ਼ਾਨਦਾਰ ਸਫਲਤਾ ਤੋਂ ਪਿੱਛੋਂ ਅਕਾਲੀ ਦਲ ਨੇ 7 ਜੂਨ 1983 ਨੂੰ ਰੇਲ ਰੋਕੋ ਪ੍ਰੋਗਰਾਮ ਦਾ ਸੱਦਾ ਦੇ ਦਿੱਤਾ। ਇਸ ਤੇ ਭਾਰਤ ਸਰਕਾਰ ਘਬਰਾ ਗਈ, ਕਿਉਂਕਿ ਉਹ ਸਿੱਖਾਂ ਦੀ ਤਾਕਤ ਨੂੰ ਪਹਿਲਾਂ ਹੀ ਪਰਖ ਚੁੱਕੀ ਸੀ। ਜਦੋਂ ਉਹਨਾਂ 4 ਅਪ੍ਰੈਲ ਨੂੰ ਸੜਕੀ ਆਵਾਜਾਈ ਮੁਕੰਮਲ ਤੌਰ ਤੇ ਠੱਪ ਕਰ ਦਿੱਤੀ ਸੀ, ਇਸ ਲਈ ਸਰਕਾਰ ਨੇ ਆਪਣੇ ਤੌਰ ਤੇ ਹੀ 7 ਜੂਨ ਨੂੰ ਰੇਲ ਗੱਡੀਆਂ ਨਾ ਚਲਾਉਣ ਦਾ ਫੈਸਲਾ ਕਰ ਲਿਆ ਅਤੇ ਇਉਂ ਅਕਾਲੀਆਂ ਨੂੰ ਰੇਲ ਆਵਾਜਾਈ ਰੋਕਣ ਦੀ ਵਾਹ ਖੱਟਣ ਤੋਂ ਵਾਂਝਿਆਂ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਪਰ ਹਰ ਹਾਲ ਵਿੱਚ ਇਸ ਦਾ ਸਿਰਾ ਅਕਾਲੀਆਂ ਸਿਰ ਹੀ ਵੱਜਾ, ਕਿਉਂ ਜੋ ਰਾਜ ਅੰਦਰ ਕੋਈ ਵੀ ਰੇਲ ਗੱਡੀ ਨਾ ਚੱਲੀ। ਅਕਾਲੀ ਦਲ ਵੱਲੋਂ ਲਗਾਤਾਰ ਅਤੇ ਵਲੰਟੀਅਰਾਂ ਵੱਲੋਂ ਸਫਲਤਾ ਸਹਿਤ ਨੇਪਰੇ ਚਾੜੇ ਗਏ ਇਨ੍ਹਾਂ ਪ੍ਰੋਗਰਾਮਾਂ ਨੇ ਇੰਦਰਾ ਗਾਂਧੀ ਨੂੰ ਭੈ ਭੀਤ ਕਰ ਦਿੱਤਾ ਅਤੇ ਸਰਕਾਰ ਨੂੰ ਵੀ ਝਟਕਾ ਲੱਗਾ। ਇਹ ਸ਼ਾਨਦਾਰ ਕਾਮਯਾਬੀਆਂ ਪ੍ਰਮੁੱਖ ਰੂਪ ਵਿੱਚ ਸੰਤ ਭਿੰਡਰਾਂਵਾਲੇ ਵੱਲੋਂ ਵੱਖ-ਵੱਖ ਅਕਾਲੀ ਗੁੱਟਾਂ ਅਤੇ ਹੋਰ ਸਿੱਖ ਜਥੇਬੰਦੀਆਂ ਵਿਚਾਲੇ ਕਰਾਈ ਗਈ ਏਕਤਾ ਦਾ ਸਿੱਟਾ ਸਨ। ਧਰਮ ਯੁੱਧ ਮੋਰਚੇ ਦੀ ਗਤੀ ਅਤੇ ਇਸ ਵੱਲੋਂ 1 ਸਾਲ ਦਰਮਿਆਨ ਪ੍ਰਾਪਤ ਕੀਤੀਆਂ ਕਾਮਯਾਬੀਆਂ ਨੂੰ ਦੇਖਦੇ ਹੋਏ ਇੰਦਰਾ ਗਾਂਧੀ ਅਤੇ ਉਸ ਦੀ ਸਰਕਾਰ ਬੇਚੈਨ ਹੋ ਉੱਠੀ। ਹਿੰਦੂਆਂ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਅਤੇ ਸਾਰੀਆਂ ਵੰਨਗੀਆਂ ਦੇ ਕਮਿਊਨਿਸਟਾਂ ਸਮੇਤ ਇੰਦਰਾ ਗਾਂਧੀ ਉੱਪਰ ਅਕਾਲੀਆਂ ਵਿਰੁੱਧ ਅਤੇ ਵਿਸ਼ੇਸ਼ ਤੌਰ ਤੇ ਸੰਤ ਭਿੰਡਰਾਂਵਾਲੇ ਅਤੇ ਉਸ ਦੇ ਸਮਰਥਕਾਂ ਜੋ ਅੰਦੋਲਨ ਦਾ ਧੁਰਾ ਬਣੇ ਹੋਏ ਸਨ ਵਿਰੁੱਧ ਸਖਤ ਕਾਰਵਾਈ ਕਰਨ ਲਈ ਦਬਾਅ ਪਾ ਰਹੀਆਂ ਸਨ। ਹਰ ਹਾਲਤ ਵਿੱਚ ਉਸਨੇ ਇਹ ਬੁੱਝ ਲਿਆ ਸੀ ਕਿ ਜਿੰਨੀ ਦੇਰ ਤੱਕ ਅਕਾਲੀ ਇੱਕ ਸਨ, ਉਹਨਾਂ ਵਿਰੁੱਧ ਸਖਤ ਕਾਰਵਾਈ ਕਰਨੀ ਮੁਸ਼ਕਲ ਸੀ। ਇਸ ਲਈ ਉਸਨੇ ਇੱਕ ਕਪਟੀ ਰਾਜਨੀਤੀ ਸ਼ਾਸਤਰੀ ਕੌਟਲਿਆ ਵੱਲੋਂ ਰਚੇ ਅਰਥ ਸ਼ਾਸਤਰ ਵਿੱਚ ਪ੍ਰਸਤੁਤ ਕੀਤੀ ਗਈ ਕਟੁਲ ਅਪਣਾਉਣ ਦਾ ਮਨ ਬਣਾਇਆ। ਅਰਥ ਸ਼ਾਸਤਰ ਰਾਜਨੀਤੀ ਸੰਬੰਧੀ ਇੱਕ ਅਨੈਤਿਕ ਖੋਜ ਪੁਸਤਕ ਹੈ। ਕੂਟਨੀਤਕ ਮੈਕਾਲਵੀ ਦੀ ਰਚਨਾ ਦਿਵਸ ਅਰਥ ਸ਼ਾਸਤਰ ਦੇ ਮੁਕਾਬਲੇ ਪਾਸਕੂ ਵੀ ਨਹੀਂ ਹੈ। ਇਸ ਕੌਟਲਿਆ ਸ਼ਾਸਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ: ਸਾਮ, ਦਾਮ, ਭੇਦ, ਦੰਡ, ਜਿਸ ਦਾ ਭਾਵ ਰਿਸ਼ਵਤ ਦੇਣਾ, ਫੁੱਟ ਪਾਉਣਾ ਅਤੇ ਤਾਕਤ ਦੀ ਵਰਤੋਂ ਕਰਨਾ ਹੈ। ਇਹ ਸਾਰੇ ਗੁਰ ਲੋੜ ਅਨੁਸਾਰ ਇਕੱਲੇ ਜਾਂ ਇਕੱਠੇ ਵਰਤੇ ਜਾ ਸਕਦੇ ਹਨ। ਰਾਜਨੀਤੀ ਸੰਬੰਧੀ ਇਸ ਅਨੈਤਿਕ ਖੋਜ ਪੁਸਤਕ ਦਾ ਭਰਪੂਰ ਲਾਭ ਉਠਾਉਂਦਿਆਂ ਇੰਦਰਾ ਗਾਂਧੀ ਨੇ ਪਹਿਲਾਂ ਸੰਤ ਭਿੰਡਰਾਂਵਾਲੇ ਨੂੰ ਪੁਚਕਾਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਕਿ ਧਰਮ ਯੁੱਧ ਮੋਰਚੇ ਦੀ ਅਸਲ ਸ਼ਕਤੀ ਸੀ, ਪਰੰਤੂ ਉਹ ਇੱਕ ਦ੍ਰਿੜ ਵਿਅਕਤੀ ਅਤੇ ਖਾਲਸਾਈ ਸਿਧਾਂਤਾਂ ਦਾ ਸਾਖਿਆਤ ਰੂਪ ਸੀ। ਇਸ ਲਈ ਉਸਨੇ ਇੰਦਰਾ ਗਾਂਧੀ ਦੀਆਂ ਧੋਖੇ ਭਰੀਆਂ ਸਾਰੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ। ਉਸ ਨੂੰ ਆਪਣੇ ਸੱਚੇ ਸੁੱਚੇ ਕਾਜ ਤੋਂ ਥੜਕਾਉਣ ਵਿੱਚ ਅਸਫਲ ਹੋਣ ਉਪਰੰਤ ਇੰਦਰਾ ਗਾਂਧੀ ਨੇ ਉਸ ਨੂੰ ਬਾਕੀਆਂ ਤੋਂ ਵੱਖ ਕਰਨ ਦਾ ਫੈਸਲਾ ਕੀਤਾ। ਇਸ ਮੰਤਵ ਦੀ ਪੂਰਤੀ ਲਈ ਉਸਨੇ ਆਪਣੀ ਨਿਗਾਹ ਚੰਚਲ ਮਨ ਦੇ ਮਾਲਕ ਲੌਂਗੋਵਾਲ ਅਤੇ ਉਸ ਦੇ ਤਾਕਤ ਦੇ ਭੁੱਖੇ ਗਰੋਹ ਤੇ ਟਿਕਾਈ, ਜਿਸ ਦੀ ਅਗਵਾਈ ਸੁਰਜੀਤ ਸਿੰਘ ਬਰਨਾਲਾ ਅਤੇ ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਵਰਗੇ ਕਰਦੇ ਸਨ। ਲੌਂਗੋਵਾਲ ਅਤੇ ਉਸ ਦੀ ਬਦਨਾਮ ਜੁੰਡਲੀ ਉਸ ਦੀ ਚਾਲ ਦੀ ਸੌਖਿਆਂ ਹੀ ਸ਼ਿਕਾਰ ਹੋ ਗਈ, ਕਿਉਂਕਿ ਇਹ ਕੇਵਲ ਸੱਤਾ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੇ ਸਨ ਅਤੇ ਇੰਦਰਾ ਗਾਂਧੀ ਉਹਨਾਂ ਅੱਗੇ ਇਹ ਟੁਕੜਾ ਸੁੱਟਣ ਨੂੰ ਤਿਆਰ ਸੀ, ਕਿਉਂ ਉਸਨੇ ਉਹਨਾਂ ਨੂੰ ਰਾਜਸੀ ਸੱਤਾ ਸੌਂਪਣ ਦਾ ਇਕਰਾਰ ਕਰਕੇ ਫੁਸਲਾਇਆ ਅਤੇ ਰਿਸ਼ਵਤ ਦਿੱਤੀ। ਇਸ ਦੇ ਬਦਲੇ ਉਸਨੇ ਉਹਨਾਂ ਦੇ ਜ਼ਿੰਮੇ ਅਕਾਲੀ ਦਲ ਵਿੱਚ ਫੁੱਟ ਪਾਉਣ ਅਤੇ ਸੰਤ ਭਿੰਡਰਾਂਵਾਲੇ ਨੂੰ ਅਲੱਗ ਥਲੱਗ ਕਰਨ ਦਾ ਕੰਮ ਲਾਇਆ। ਇਹ ਗੁਪਤ ਸੌਦੇਬਾਜ਼ੀ ਲੌਂਗੋਵਾਲ ਤੇ ਉਸ ਦੀ ਢਾਣੀ ਵੱਲੋਂ ਸੰਤ ਭਿੰਡਰਾਂਵਾਲੇ ਦੀ ਪਿੱਠ ਪਿੱਛੇ ਨੇਪਰੇ ਚਾੜੀ ਗਈ। ਆਪਣੇ ਧਰੋਹ ਭਰੇ ਕਾਰਿਆਂ ਨੂੰ ਛਲ ਕਪਟ ਦਾ ਪਰਦਾ ਤਾਣ ਕੇ ਲੁਕਾਉਣ ਦੇ ਇਰਾਦੇ ਨਾਲ ਲੌਂਗੋਵਾਲ ਤੇ ਉਹਦੇ ਸਮਰਥਕਾਂ ਨੇ ਸੰਤ ਭਿੰਡਰਾਂਵਾਲੇ ਖਿਲਾਫ ਵੱਡੀ ਪੱਧਰ ਤੇ ਮੁਹਿੰਮ ਛੇੜ ਦਿੱਤੀ ਅਤੇ ਉਸ ਨੂੰ ਕਾਂਗਰਸ ਦਾ ਏਜੰਟ, ਦਹਿਸ਼ਤਵਾਦੀ ਕਾਰਵਾਈਆਂ ਨੂੰ ਸ਼ਹਿ ਦੇਣ ਵਾਲਾ ਅਤੇ ਹਿੰਸਾ ਦਾ ਸੰਚਾਲਕ ਆਦਿ ਖਿਤਾਬ ਦੇਣੇ ਸ਼ੁਰੂ ਕਰ ਦਿੱਤੇ। ਉਹਨਾਂ ਸੰਤ ਨੂੰ ਅੱਤਵਾਦੀ, ਵੱਖਵਾਦੀ ਅਤੇ ਸਿੱਖ ਪੰਥ ਦਾ ਗਦਾਰ ਤੱਕ ਕਹਿ ਮਾਰਿਆ। ਲੌਂਗੋਵਾਲ ਅਤੇ ਉਸ ਦੇ ਬਦਕਾਰ ਗਰੋਹ ਨੇ ਹਰ ਪ੍ਰਕਾਰ ਦੇ ਘਟੀਆ ਅਤੇ ਹੋਸ਼ੇ ਪ੍ਰਚਾਰ ਦਾ ਸਹਾਰਾ ਲਿਆ ਅਤੇ ਉਸ ਨੂੰ ਸਿੱਖਾਂ ਅਤੇ ਹਿੰਦੂਆਂ ਦੀਆਂ ਨਜ਼ਰਾਂ 'ਚ
ਇੱਕੋ ਸਮਾਨ ਬਦਨਾਮ ਕਰਨ ਲਈ ਨੀਚਤਾ ਦੀਆਂ ਸਾਰੀਆਂ ਹੱਦਾਂ ਟੱਪ ਗਏ। ਇੰਦਰਾ ਗਾਂਧੀ ਇਹੋ ਚਾਹੁੰਦੀ ਸੀ ਅਤੇ ਲੌਂਗੋਵਾਲ ਤੇ ਉਹਦੀ ਜੁੰਡਲੀ ਤੋਂ ਵੀ ਇਹੋ ਉਮੀਦ ਕਰ ਰਹੀ ਸੀ, ਅਤੇ ਇਹੀ ਸਰਨਾਵੇਂ ਉਹਨੇ ਖੁਦ ਸੰਤ ਭਿੰਡਰਾਂਵਾਲੇ ਦੇ ਨਾਮ ਨਾਲ ਜੋੜੇ ਸਨ। ਲੌਂਗੋਵਾਲ ਨੇ ਬਿਆਨ ਦਿੱਤਾ ਕਿ ਸੰਤ ਭਿੰਡਰਾਂਵਾਲੇ ਨੂੰ ਮੰਜੀ ਸਾਹਿਬ ਤੋਂ ਸੰਗਤ ਨੂੰ ਸੰਬੋਧਨ ਕਰਨ ਦੀ ਆਗਿਆ ਨਾ ਦੇਣ ਲਈ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ, ਕਿਉਂਕਿ ਉਹ ਕਾਂਗਰਸ ਦਾ ਏਜੰਟ ਹੈ। ਬਲਵੰਤ ਸਿੰਘ ਦੇ ਬਿਆਨ ਹੋਰ ਵੀ ਹੋਛੇ ਸਨ, ਜਿਸ ਨੇ ਹੱਦ ਤੱਕ ਭਰਪੂਰ ਅੰਦਾਜ਼ ਵਿੱਚ ਸੰਤ ਭਿੰਡਰਾਂਵਾਲੇ ਦੀ ਤੁਲਨਾ ਚੰਬਲ ਘਾਟੀ ਦੇ ਡਾਕੂਆਂ ਨਾਲ ਕੀਤੀ। ਇਸ ਝੂਠ ਦੇ ਪੁਲੰਦੇ ਨੂੰ ਸਰਕਾਰੀ ਪ੍ਰਚਾਰ ਸਾਧਨਾਂ ਦੁਆਰਾ ਵੱਡੇ ਪੱਧਰ ਤੇ ਹਵਾ ਦਿੱਤੀ ਗਈ। ਹਿੰਦੂ ਪ੍ਰੈਸ ਨੇ ਉਹਦੇ ਵਿਰੁੱਧ ਵੈਰ ਭਾਵਨਾ ਭਰੇ ਪ੍ਰਚਾਰ ਦੇ ਬੀਜ ਬਖੇਰਨ ਵਿੱਚ ਸਰਕਾਰੀ ਮੀਡੀਆ ਨੂੰ ਵੀ ਮਾਤ ਦੇ ਦਿੱਤੀ। ਇਸ ਸਾਰੇ ਭੰਡੀ ਪ੍ਰਚਾਰ ਅਤੇ ਭੜਕਾਊ ਹਮਲੇ ਦੇ ਬਾਵਜੂਦ ਸੰਤ ਭਿੰਡਰਾਂਵਾਲੇ ਨੇ ਆਪਣਾ ਜਾਬਤਾ ਕਾਇਮ ਰੱਖਿਆ ਅਤੇ ਸ਼ਾਂਤ ਰਿਹਾ। ਇਹ ਉਸ ਦਾ ਵੱਡਪਣ ਸੀ ਕਿ ਉਸਨੇ ਕਦੇ ਵੀ ਆਪਣੇ ਦੋਖੀਆਂ ਖਿਲਾਫ ਕੋਈ ਵੀ ਨਿੰਦਾ ਭਰੇ ਬਚਨ ਨਾ ਬੋਲੇ। ਉਸਨੇ ਬੜੇ ਸਧਾਰਨ ਸ਼ਬਦਾਂ 'ਚ ਕੇਵਲ ਇਹੀ ਕਿਹਾ ਕਿ ਸਮਾਂ ਸਾਬਤ ਕਰ ਦੇਵੇਗਾ ਕਿ ਕਾਂਗਰਸ ਦੇ ਏਜੰਟ ਅਤੇ ਪੰਥ ਦੇ ਗਦਾਰ ਕੌਣ ਹਨ। ਉਸਨੇ ਧਿਆਨ ਦਿਵਾਇਆ ਕਿ ਅਕਾਲੀ ਆਗੂਆਂ ਨੇ ਮੋਰਚੇ ਦੇ 1.5 ਸਾਲ ਦੌਰਾਨ ਕਰੀਬ 6 ਵੇਰਾਂ ਉਸ ਤੇ ਅਜਿਹੀ ਦੂਸ਼ਣਬਾਜ਼ੀ ਕੀਤੀ ਹੈ, ਪਰ ਉਸਨੇ ਕਦੇ ਵੀ ਪ੍ਰਤੀਕਰਮ ਵਜੋਂ ਉਹਨਾਂ ਚੋਂ ਕਿਸੇ ਖਿਲਾਫ ਕੁਝ ਨਹੀਂ ਕਿਹਾ। ਉਹ ਜਾਣਦਾ ਸੀ ਕਿ ਢੁਕਵਾਂ ਸਮਾਂ ਆਉਣ ਤੇ ਅਕਾਲੀ ਆਗੂਆਂ ਦੇ ਕੁਝ ਚਿਹਰੇ ਨੰਗੇ ਹੋ ਜਾਣਗੇ। ਯੋਜਨਾ ਅਨੁਸਾਰ 1983 ਦੇ ਅੱਧ 'ਚ ਲੌਂਗੋਵਾਲ ਦੀਆਂ ਲੁਕਵੀਆਂ ਗੋਂਦਾਂ ਉੱਗਣ ਲੱਗ ਪਈਆਂ। ਇਸ ਮੌਕੇ ਤੱਕ ਲੌਂਗੋਵਾਲ ਤੇ ਉਹਦੇ ਸਮਰਥਕ ਕੇਂਦਰ ਸਰਕਾਰ ਤੇ ਇੰਦਰਾ ਗਾਂਧੀ ਨਾਲ ਸਰਗਰਮ ਮੇਲ-ਜੋਲ ਰੱਖ ਰਹੇ ਸਨ। ਇਹ ਨਾ ਸਿਰਫ ਸ਼ੁੱਧ ਹਿਰਦੇ ਵਾਲੇ ਉਪਦੇਸ਼ਕ ਅਤੇ ਪ੍ਰਚਾਰਕ ਸੰਤ ਭਿੰਡਰਾਂਵਾਲੇ ਨਾਲ ਧੋਖਾ ਸੀ, ਬਲਕਿ ਇਸ ਤੋਂ ਵੀ ਵੱਧ ਇਹ ਸਿੱਖ ਪੰਥ ਨਾਲ ਵੱਡਾ ਵਿਸ਼ਵਾਸਘਾਤ ਸੀ। ਪਰੰਤੂ ਉਦੋਂ ਅਜੇ ਗਦਾਰਾਂ ਦੇ ਬਦਸੂਰਤ ਚਿਹਰੇ ਸਿੱਖ ਪੰਥ ਅੱਗੇ ਬੇਨਕਾਬ ਹੋਣੇ ਸਨ। ਜਦੋਂ ਸੰਤ ਭਿੰਡਰਾਂਵਾਲੇ ਨੂੰ ਇਹ ਸਪਸ਼ਟ ਹੋ ਗਿਆ ਕਿ ਲੌਂਗੋਵਾਲ ਨੂੰ ਵਿਸ਼ਵਾਸਘਾਤੀ ਰਾਹ ਤੇ ਮੋੜਨਾ ਅਸੰਭਵ ਸੀ, ਉਸ ਨੇ 3 ਅਤੇ 4 ਸਤੰਬਰ 1983 ਨੂੰ ਗੁਰੂ ਨਾਨਕ ਨਿਵਾਸ ਵਿਖੇ ਸੱਚੇ ਸੁੱਚੇ ਸ਼ਰਧਾਲੂ ਸਿੱਖਾਂ ਦੀ ਕਨਵੈਨਸ਼ਨ ਬੁਲਾਉਣ ਦਾ ਰਸਤਾ ਚੁਣਿਆ, ਤਾਂ ਕਿ ਉਹਨਾਂ ਨੂੰ ਸਹੀ ਸਥਿਤੀ ਤੋਂ ਜਾਣੂ ਕਰਵਾਇਆ ਜਾਏ ਅਤੇ ਧਰਮ ਯੁੱਧ ਮੋਰਚੇ ਦੇ ਨਿਸ਼ਾਨੇ ਦੇ ਪ੍ਰਾਪਤੀ ਲਈ ਯੋਗ ਢੰਗ ਤਰੀਕੇ ਉਲੀਕਣ ਲਈ ਵਿਚਾਰ ਵਟਾਂਦਰਾ ਹੋ ਸਕੇ। ਮੋਰਚੇ ਦਾ ਇੱਕੋ ਇੱਕ ਨਿਸ਼ਾਨਾ ਅਕਾਲੀ ਦਲ ਵੱਲੋਂ 1973 'ਚ ਅਪਣਾਇਆ ਗਿਆ ਆਨੰਦਪੁਰ ਸਾਹਿਬ ਦਾ ਮਤਾ ਸੀ। ਇਸ ਸੱਦੇ ਤੋਂ ਲੌਂਗੋਵਾਲ ਘਬਰਾ ਗਿਆ, ਕਿਉਂਕਿ ਉਸ ਨੂੰ ਇਉਂ ਪ੍ਰਤੀਤ ਹੋਇਆ ਕਿ ਸੰਤ ਭਿੰਡਰਾਂਵਾਲੇ ਵੱਲੋਂ ਕਨਵੈਨਸ਼ਨ ਬੁਲਾਉਣਾ ਉਸ ਦੀ ਲੀਡਰਸ਼ਿਪ ਨੂੰ ਚੁਣੌਤੀ ਸੀ। ਲੌਂਗੋਵਾਲ ਨੇ ਇਹ ਐਲਾਨ ਕਰ ਦਿੱਤਾ ਕਿ ਪ੍ਰਸਤਾਵਿਤ ਕਨਵੈਨਸ਼ਨ ਪੰਥ ਵਿਰੋਧੀ ਹੈ ਅਤੇ ਚੇਤਾਵਨੀ ਦਿੱਤੀ ਕਿ ਇਸ ਵਿੱਚ ਸ਼ਾਮਲ ਹੋਣ ਵਾਲੇ ਅਕਾਲੀ ਆਗੂਆਂ ਨੂੰ ਅਕਾਲੀ ਦਲ ਚੋਂ ਛੇਕ ਦਿੱਤਾ ਜਾਵੇਗਾ। ਉਸ ਦੀ ਇਸ ਥੋਥੀ ਚੇਤਾਵਨੀ ਦੇ ਬਾਵਜੂਦ ਅਕਾਲੀ ਦਲ ਦੇ ਲਗਭਗ 300 ਨੁਮਾਇੰਦਿਆਂ ਨੇ ਸੰਤ ਭਿੰਡਰਾਂਵਾਲੇ ਦੀ ਕਾਰਜਨੀਤੀ ਵਿੱਚ ਦ੍ਰਿੜਤਾਪੂਰਨ ਭਰੋਸਾ ਪ੍ਰਗਟਾਉਂਦੇ ਹੋਏ ਕਨਵੈਨਸ਼ਨ ਵਿੱਚ ਹਿੱਸਾ ਲਿਆ। ਸ਼ਾਮਲ ਹੋਣ ਵਾਲਿਆਂ ਵਿੱਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਮੁੱਖ ਸੀ, ਜਿਸ ਨੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਵਫਾਦਾਰੀ ਨਾਲ ਅਪਣਾਈ ਰੱਖਿਆ ਸੀ। ਹਿੱਸਾ ਲੈਣ ਵਾਲੀਆਂ ਹੋਰਨਾਂ ਮਹੱਤਵਪੂਰਨ ਸ਼ਖਸੀਅਤਾਂ ਵਿੱਚ ਸੇਵਾ ਮੁਕਤ ਫੌਜੀ ਜਰਨੈਲ ਅਤੇ ਸਿਵਲ ਅਧਿਕਾਰੀ ਸ਼ਾਮਲ ਸਨ। ਕਨਵੈਨਸ਼ਨ ਵਿੱਚ ਸ਼ਾਮਲ ਹੋਰ ਮਹਾਰਥੀਆਂ 'ਚ ਮੇਜਰ ਜਨਰਲ ਸੁਬੇਗ ਸਿੰਘ, ਮੇਜਰ ਜਨਰਲ ਨਰਿੰਦਰ ਸਿੰਘ, ਬ੍ਰਿਗੇਡੀਅਰ ਮਹਿੰਦਰ ਸਿੰਘ ਅਤੇ ਗੁਰਤੇਜ ਸਿੰਘ ਸਾਬਕਾ IAS ਅਫਸਰ ਸਨ। ਤਲਵੰਡੀ ਨੇ ਲੌਂਗੋਵਾਲ ਤੇ ਆਨੰਦਪੁਰ ਸਾਹਿਬ ਦੇ ਮਤੇ ਤੋਂ ਪਿਛਾਂਹ ਹਟਣ ਦਾ ਦੋਸ਼ ਲਾਉਂਦਿਆਂ ਉਸ ਤੇ ਸਖਤ ਹਮਲਾ ਕੀਤਾ। ਉਸ ਨੇ ਹੋਰਨਾਂ ਅਕਾਲੀਆਂ ਤੇ ਵੀ ਧਰਮ ਯੁੱਧ ਮੋਰਚੇ ਤੇ ਨਿਰਧਾਰਤ ਨਿਸ਼ਾਨੇ ਤੋਂ ਲਾਂਭੇ ਜਾਣ ਦਾ ਦੋਸ਼ ਲਾਇਆ। ਕਨਵੈਨਸ਼ਨ ਵਿਚਲੇ ਹੋਰ ਪਤਵੰਤਿਆਂ ਨੇ ਵੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਅਤੇ ਲੌਂਗੋਵਾਲ ਦੀਆਂ ਕਪਟ ਭਰਪੂਰ ਅਤੇ ਗੁੰਮਰਾਹਕੁਨ ਚਾਲਾਂ ਨੂੰ ਨਿੰਦਿਆ। ਆਖਰੀ ਦਿਨ ਕਨਵੈਨਸ਼ਨ ਨੇ ਕਈ ਮਤੇ ਪਾਸ ਕੀਤੇ। ਇਹਨਾਂ ਚੋਂ ਸਭ ਤੋਂ ਮਹੱਤਵਪੂਰਨ ਮਤਾ ਸੀ ਕਿ ਧਰਮ ਯੁੱਧ ਮੋਰਚਾ ਭਾਰਤ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਮਤੇ ਦੇ ਇਨ ਬਿਨ ਮੰਨ ਲਏ ਜਾਣ ਤੱਕ ਜਾਰੀ ਰਹੇਗਾ। ਸੰਤ ਭਿੰਡਰਾਂਵਾਲੇ, ਤਲਵੰਡੀ ਵਰਗੇ ਮਹਾਰਥੀ
ਅਤੇ ਹੋਰ ਉੱਘੀਆਂ ਸਿੱਖ ਹਸਤੀਆਂ ਵੱਲੋਂ ਲਏ ਗਏ ਦ੍ਰਿੜਤਾ ਭਰਪੂਰ ਸਟੈਂਡ ਨੂੰ ਦੇਖਦੇ ਹੋਏ ਲੌਂਗੋਵਾਲ ਬਹੁਤ ਚਿੱਬਾ ਪੈ ਗਿਆ। ਸਪਸ਼ਟ ਰੂਪ ਵਿੱਚ ਕਹੀਏ ਤਾਂ ਹੁਣ ਉਹ ਚੜ੍ਹਦੇ ਸੂਰਜ ਜਾਂਬਾਜ਼ ਸੰਤ ਵਿਰੁੱਧ ਕੋਈ ਹੋਰ ਸਾਜ਼ਿਸ਼ ਘੜਨ ਦੀ ਉਡੀਕ ਕਰਨ ਲੱਗਾ। ਇਸ ਸਮੇਂ ਤੱਕ ਸੰਤ ਭਿੰਡਰਾਂਵਾਲਾ ਬੁੱਢੇ ਤੇ ਨੌਜਵਾਨ ਸਭ ਸਿੱਖਾਂ ਦੇ ਦਿਲ ਦੀ ਧੜਕਣ ਬਣ ਚੁੱਕਾ ਸੀ। ਦਰਅਸਲ ਉਹ ਖਾਲਸਾ ਪੰਥ ਦਾ ਚਾਨਣ ਮੁਨਾਰਾ ਬਣ ਗਿਆ ਸੀ। ਭਾਈ ਅਮਰੀਕ ਸਿੰਘ ਅਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਵੱਲੋਂ ਸੰਤ ਭਿੰਡਰਾਂਵਾਲੇ ਦੀ ਪ੍ਰੇਰਨਾ ਸਦਕਾ ਪੁਨਰ ਸੁਰਜੀਤ ਕੀਤੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸੰਤ ਭਿੰਡਰਾਂਵਾਲੇ ਵੱਲੋਂ ਆਰੰਭੀ ਖਾਲਸਾ ਪੰਥ ਦੀ ਜੱਦੋ-ਜਹਿਦ ਦਾ ਹਰਾਵਲ ਦਸਤਾ ਬਣ ਚੁੱਕੀ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਵਿਦਿਅਕ ਅਦਾਰਿਆਂ ਅਤੇ ਨੌਜਵਾਨ ਵਰਗ ਵਿਦਿਆਰਥੀਆਂ ਦਰਮਿਆਨ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ SFI ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ AISF ਹੀ ਪ੍ਰਚਲਿਤ ਸਨ। ਇਹ ਜਥੇਬੰਦੀਆਂ ਕਮਿਊਨਿਸਟ ਪਾਰਟੀ ਦੀਆਂ ਹੱਥ ਠੋਕਾ ਸਨ ਅਤੇ ਵਿਦਿਆਰਥੀਆਂ ਨੂੰ ਕਮਿਊਨਿਜ਼ਮ ਅਤੇ ਇਨਕਲਾਬ ਦੇ ਨਾਅਰਿਆਂ ਹੇਠ ਗੁੰਮਰਾਹ ਕਰਕੇ ਉਹਨਾਂ ਨੂੰ ਗੁਰੂ ਮਾਰਗ ਤੋਂ ਬੇਮੁਖ ਕਰਦੀਆਂ ਸਨ। ਅਸਲ ਵਿੱਚ ਇਹਨਾਂ ਦਾ ਇੱਕੋ ਇੱਕ ਮੰਤਵ ਵਿਸ਼ੇਸ਼ ਤੌਰ ਤੇ ਸਿੱਖ ਨੌਜਵਾਨਾਂ ਨੂੰ 10 ਗੁਰੂ ਸਾਹਿਬਾਨ ਦੇ ਗਾਡੀ ਰਾਹ ਤੋਂ ਥਿੜਕਾਉਣਾ ਸੀ। ਪਰੰਤੂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੜ ਉਭਾਰ 'ਚ ਆਉਣ ਤੇ ਕੇਵਲ ਵਿਦਿਅਕ ਸੰਸਥਾਵਾਂ 'ਚ ਹੀ ਇਸ ਦਾ ਬੋਲਬਾਲਾ ਨਹੀਂ ਸੀ ਹੋਇਆ, ਸਗੋਂ ਇਹ ਪੰਜਾਬ 'ਚ ਇੱਕ ਮੁਕੰਮਲ ਅਰਾਜ਼ੀ ਜਮਾਤ ਵਜੋਂ ਬੁਲੰਦ ਹੋ ਗਈ ਸੀ। ਇਸ ਲਈ ਇਸ ਮੌਕੇ ਲੌਂਗੋਵਾਲ ਜਿਹੇ ਗੀਦੀ ਅਤੇ ਉਸ ਦੇ ਗਰੋਹ ਵੱਲੋਂ ਸੰਤਾਂ ਨੂੰ ਪੂਰੇ ਉਭਾਰ 'ਚ ਆ ਚੁੱਕੇ ਸਿੱਖ ਆਵਾਮ ਦੇ ਦਿਲੋਂ ਦਿਮਾਗ 'ਚੋਂ ਕੱਢ ਸਕਣਾ ਨਾਮੁਮਕਿਨ ਸੀ। ਆਪਣੀ ਲੀਡਰਸ਼ਿਪ ਨੂੰ ਗ੍ਰਹਿਣ ਲੱਗਣ ਦਾ ਖਤਰਾ ਮਹਿਸੂਸ ਕਰਦਿਆਂ ਲੌਂਗੋਵਾਲ ਨੇ ਸੰਤ ਭਿੰਡਰਾਂਵਾਲੇ ਨੂੰ ਜਾਨੋਂ ਮਾਰਨ ਲਈ ਇੰਦਰਾ ਗਾਂਧੀ ਨਾਲ ਸਾਜ਼ਬਾਜ਼ ਕੀਤੀ। ਇਸ ਸੰਬੰਧੀ ਯੋਜਨਾ ਦੇ ਇੱਕ ਹਿੱਸੇ ਤਹਿਤ ਉਸ ਨੇ ਐਲਾਨ ਕੀਤਾ ਕਿ ਹੋਸਟਲ ਕੰਪਲੈਕਸ ਦਰਬਾਰ ਸਾਹਿਬ ਸਮੂਹ ਦਾ ਹਿੱਸਾ ਨਹੀਂ, ਤੇ ਇਉਂ ਇਹ ਸਪਸ਼ਟ ਸੰਕੇਤ ਦੇ ਦਿੱਤਾ ਕਿ ਇੰਦਰਾ ਗਾਂਧੀ ਸੰਤ ਭਿੰਡਰਾਂਵਾਲੇ ਨੂੰ ਗੁਰੂ ਨਾਨਕ ਨਿਵਾਸ 'ਚੋਂ ਗ੍ਰਿਫਤਾਰ ਕਰਨ ਲਈ ਸੁਰੱਖਿਆ ਬਲ ਭੇਜ ਸਕਦੀ ਹੈ। ਲੌਂਗੋਵਾਲ ਅਤੇ ਇੰਦਰਾ ਗਾਂਧੀ ਵੱਲੋਂ ਤਿਆਰ ਕੀਤੀ ਗੁਪਤ ਯੋਜਨਾ ਇਹ ਸੀ ਕਿ 16 ਦਸੰਬਰ 1983 ਨੂੰ ਕਮਾਂਡੋ ਅਚਨਚੇਤ ਛਾਪਾ ਮਾਰਨਗੇ ਅਤੇ ਸੰਤ ਭਿੰਡਰਾਂਵਾਲੇ ਨੂੰ ਕਾਬੂ ਕਰ ਲੈਣਗੇ। ਪੰਥ ਦੁਸ਼ਮਣਾਂ ਦੇ ਇਸ ਬਦਨੀਤ ਇਰਾਦੇ ਦੀ ਭਿਣਕ ਪੈਣ ਤੇ ਖਾਲਸਾ ਪੰਥ ਦੇ ਰਾਹ ਦਸੇਰੇ ਸੰਤ ਭਿੰਡਰਾਂਵਾਲੇ ਨੇ ਗੁਰੂ ਨਾਨਕ ਨਿਵਾਸ ਤੋਂ ਆਪਣੀ ਤਜਵੀਜ਼ਸ਼ੁਦਾ ਗ੍ਰਿਫਤਾਰੀ ਦੀ ਮਿੱਥੀ ਤਾਰੀਖ ਤੋਂ ਪਹਿਲਾਂ ਆਪਣਾ ਹੈੱਡਕੁਆਟਰ ਅਕਾਲ ਤਖਤ ਵਿਖੇ ਬਦਲ ਲਿਆ। ਇਵੇਂ ਉਸਨੇ ਗਦਾਰਾਂ ਦੇ ਬਦਨੀਤ ਹਮਲਾਵਰੀ ਯਤਨ ਨੂੰ ਨਕਾਰਾ ਕਰ ਦਿੱਤਾ। ਉਸਨੇ ਆਪਣੇ ਮਿਸ਼ਨ ਲਈ ਸੰਘਰਸ਼ ਜਾਰੀ ਰੱਖਣ ਹਿੱਤ ਅਕਾਲ ਤਖਤ ਦੇ ਨਾਲ ਲੱਗਦੀ ਇਮਾਰਤ ਨੂੰ ਆਪਣੀ ਆਰਜੀ ਰਿਹਾਇਸ਼ਗਾਹ ਬਣਾ ਲਿਆ। ਸੰਤ ਨੂੰ ਗ੍ਰਿਫਤਾਰ ਕਰਾਉਣ ਵਿੱਚ ਆਪਣੀ ਅਸਫਲਤਾ ਉਪਰੰਤ ਲੌਂਗੋਵਾਲ ਪੂਰੀ ਤਰ੍ਹਾਂ ਨਿਰਾਸ਼ ਅਤੇ ਮਾਯੂਸ ਹੋ ਗਿਆ। ਉਹ ਇੰਨਾ ਗਿਰ ਗਿਆ ਸੀ ਕਿ ਉਹ ਸੰਤ ਭਿੰਡਰਾਂਵਾਲੇ ਨੂੰ ਆਪਣੇ ਰਸਤੇ 'ਚੋਂ ਲਾਂਭੇ ਹਟਾਉਣ ਲਈ ਹੋਰ ਵੀ ਕੁਝੀਆਂ ਯੋਜਨਾਵਾਂ ਬਣਾਉਣ ਵਿੱਚ ਜੁਟ ਗਿਆ। ਉਹ ਆਪਣੀ ਖੁਸ ਰਹੀ ਲੀਡਰਸ਼ਿਪ ਨੂੰ ਕਾਇਮ ਰੱਖਣ ਲਈ ਸੰਤ ਦੇ ਖਿਲਾਫ ਬਦਨੀਤੀ ਭਰਪੂਰ ਤਾਜ਼ਾ ਮੁਹਿੰਮ ਤੇ ਚੜ੍ਹ ਤੁਰਿਆ। ਉਸਨੇ ਸੰਤ ਦੇ ਅਕਾਲ ਤਖਤ ਤੇ ਰਹਿਣ ਦੇ ਖਿਲਾਫ ਹਾਲ ਦੁਹਾਈ ਪਾਈ ਅਤੇ ਕਿਹਾ ਕਿ ਇਹ ਸੰਸਾਰਕ ਪ੍ਰਭੁਤਾ ਦੇ ਇਸ ਪਵਿੱਤਰ ਅਸਥਾਨ ਦੀ ਬੇਹੁਰਮਤੀ ਕਰਨ ਦੇ ਤੁੱਲ ਹੈ। ਸੰਤ ਭਿੰਡਰਾਂਵਾਲੇ ਨੇ ਇਸ ਝੂਠੇ ਅਤੇ ਗੁੰਮਰਾਹਕੁਨ ਪ੍ਰਚਾਰ ਦਾ ਠੋਸ ਮਿਸਾਲਾਂ ਦਿੰਦਿਆਂ ਵਿਰੋਧ ਕੀਤਾ ਜੋ ਕਿ ਅਕਾਲੀ ਆਗੂਆਂ ਸੰਬੰਧੀ ਸਨ, ਜਿਨ੍ਹਾਂ ਕਿਸੇ ਨਾ ਕਿਸੇ ਮੌਕੇ ਅਕਾਲ ਤਖਤ ਦੀ ਸ਼ਰਨ ਲਈ ਸੀ। ਇਹਨਾਂ ਅਕਾਲੀ ਆਗੂਆਂ ਵਿੱਚ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਅਤੇ ਅਜਿਹੇ ਹੋਰ ਸ਼ਾਮਲ ਸਨ। ਇਸ ਤਰ੍ਹਾਂ ਲੌਂਗੋਵਾਲ ਦਾ ਜਾਂਬਾਜ਼ ਸੰਤ ਨੂੰ ਅਕਾਲ ਤਖਤ ਤੋਂ ਕੱਢਣ ਦਾ ਮੰਦ ਇਰਾਦਾ ਪੂਰੀ ਤਰ੍ਹਾਂ ਜ਼ਾਹਰ ਹੋ ਗਿਆ। ਇਸ ਤੋਂ ਬਾਅਦ ਆਖਰੀ ਚਾਰੇ ਵਜੋਂ ਲੌਂਗੋਵਾਲ ਨੇ ਅਕਾਲ ਤਖਤ ਦੇ ਜਥੇਦਾਰ ਕਿਰਪਾਲ ਸਿੰਘ ਨੂੰ ਸੰਤ ਦੇ ਅਕਾਲ ਤਖਤ ਦੇ ਰਹਿਣ ਦੇ ਖਿਲਾਫ ਹੁਕਮਨਾਮਾ ਜਾਰੀ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਜਥੇਦਾਰ ਨੇ ਇਸ ਦਬਾਅ ਅੱਗੇ ਝੁਕਣੋਂ ਇਨਕਾਰ ਕਰ ਦਿੱਤਾ। ਇਸ ਲਈ ਨਹੀਂ ਕਿ ਉਹ ਸੰਤਾਂ ਨੂੰ ਅਕਾਲ ਤਖਤ ਤੋਂ ਬਾਹਰ ਨਹੀਂ ਸੀ ਕੱਢਣਾ ਚਾਹੁੰਦਾ, ਬਲਕਿ ਇਸ ਲਈ ਕਿ ਉਸ ਨੂੰ ਡਰ ਸੀ ਕਿ ਸਿੱਖ ਜਨਤਾ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਸ ਬਦਨੀਤ ਕਾਰਵਾਈ ਤੋਂ ਨਾਰਾਜ਼ ਹੋ ਕੇ
ਬਦਲਾ ਲਊ ਕਾਰਵਾਈ ਬਾਰੇ ਸੋਚਣਗੇ ਅਤੇ ਉਹ ਖੁਦ ਅਕਾਲ ਤਖਤ ਦੀ ਜਥੇਦਾਰੀ ਤੋਂ ਹੱਥ ਧੋ ਬੈਠੇਗਾ। ਆਪਣੀ ਹਰ ਖੁਫੀਆ ਚਾਲ ਵਿੱਚ ਨਾਕਾਮਯਾਬ ਹੋਣ ਉਪਰੰਤ ਛਾਤਰ ਲੌਂਗੋਵਾਲ ਦੇ ਮਨ ਵਿੱਚ ਬਦਲੇ ਦੀ ਅੱਗ ਹੋਰ ਵੀ ਭੜਕ ਉੱਠੀ। ਸੰਤ ਭਿੰਡਰਾਂਵਾਲੇ ਦੇ ਵਿਰੁੱਧ ਉਸ ਦੀ ਮੰਦਭਾਵਨਾ ਅਤੇ ਵੈਰ ਦਿਨ ਬਦਿਨ ਵੱਧਦੇ ਗਏ। ਉਸ ਨੇ ਸੂਰਬੀਰ ਸੰਤ ਦੇ ਖਿਲਾਫ ਆਪਣੀ ਨੀਚਤਾ ਭਰੀ ਮੁਹਿੰਮ ਗੁਪਤ ਅਤੇ ਜ਼ਾਹਰਾ ਤੌਰ ਤੇ ਜਾਰੀ ਰੱਖੀ। ਜਦੋਂ ਸੰਤਾਂ ਨੂੰ ਆਪਣੇ ਰਾਹ ਚੋਂ ਲਾਂਭੇ ਹਟਾਉਣ ਲਈ ਉਸ ਦੀਆਂ ਸਾਰੀਆਂ ਚਾਲਾਂ ਅਸਫਲ ਹੋ ਗਈਆਂ ਤਾਂ ਉਸ ਨੇ ਸਰੀਰਕ ਤੌਰ ਤੇ ਸੰਤਾਂ ਨੂੰ ਖਤਮ ਕਰਨ ਵਾਸਤੇ ਕਤਲ ਦੀ ਯੋਜਨਾ ਬਣਾਈ। ਇਸ ਮਕਸਦ ਲਈ ਉਸ ਨੇ ਇੱਕ ਬਦਨਾਮ ਸਾਬਕਾ ਨਕਸਲੀ ਕਮਿਊਨਿਸਟ ਗੁਰਚਰਨ ਸਿੰਘ ਨੂੰ ਆਪਣਾ ਦਫ਼ਤਰ ਸਕੱਤਰ ਨਿਯੁਕਤ ਕੀਤਾ। ਸੰਤ ਭਿੰਡਰਾਂਵਾਲੇ ਨੂੰ ਮਾਰ ਮੁਕਾਉਣ ਦਾ ਕੰਮ ਉਸ ਨੇ ਗੁਰਚਰਨ ਸਿੰਘ ਨੂੰ ਸੌਂਪਿਆ, ਜੋ ਕਿ ਆਪਣੇ ਮੁਰਸ਼ਿਦ ਲੌਂਗੋਵਾਲ ਵਾਂਗ ਹੀ ਤੁਸ਼ ਬੁੱਧੀ ਦਾ ਮਾਲਕ ਸੀ। ਗੁਰਚਰਨ ਸਿੰਘ ਨੇ ਇੱਕ ਪੇਸ਼ੇਵਰ ਕਾਤਲ ਸੁਰਿੰਦਰ ਸਿੰਘ ਛਿੰਦਾ ਅਤੇ ਉਸ ਦੀ ਵੱਧ ਚੱਲਣ ਨੌਜਵਾਨ ਰਖੇਲ ਬਲਜੀਤ ਕੌਰ ਦੀਆਂ ਸੇਵਾਵਾਂ ਭਾੜੇ ਤੇ ਲਈਆਂ। ਇਸ ਮਕਸਦ ਲਈ ਸਕੱਤਰ ਗੁਰਚਰਨ ਸਿੰਘ ਨੇ ਸੁਰਿੰਦਰ ਛਿੰਦੇ ਨੂੰ ਉਚੇਚੇ ਤੌਰ ਤੇ ਕਰੀਬ 1 ਮਹੀਨਾ ਪਹਿਲਾਂ ਜੇਲ੍ਹ ਵਿੱਚੋਂ ਜ਼ਮਾਨਤ ਉੱਤੇ ਰਿਹਾ ਕਰਵਾਇਆ। ਉਸ ਨੇ ਇਹਨਾਂ ਨੂੰ ਮੋਟੀ ਰਕਮ ਅਦਾ ਕੀਤੀ ਅਤੇ ਸੰਤ ਦਾ ਕੰਡਾ ਕੱਢਣ ਵਿੱਚ ਸਫਲ ਰਹਿਣ ਦੀ ਸੂਰਤ ਵਿੱਚ ਹੋਰ ਰਕਮ ਦੇਣ ਦਾ ਵਾਅਦਾ ਕੀਤਾ ਅਤੇ ਸਰਕਾਰ ਵੱਲੋਂ ਕੇਸ ਨਾ ਦਰਜ ਕਰਨ ਦਾ ਯਕੀਨ ਦਿਵਾਇਆ। ਇਹਨਾਂ ਦੋਹਾਂ ਪੇਸ਼ੇਵਰ ਮੁਲਜ਼ਮਾਂ ਨੇ ਸੰਤ ਭਿੰਡਰਾਂਵਾਲੇ ਨੂੰ 13 ਅਪ੍ਰੈਲ 1984 ਵਾਲੇ ਦਿਨ ਦਰਬਾਰ ਸਾਹਿਬ ਸਮੂਹ 'ਚ ਗੋਲੀ ਮਾਰਨ ਦੀ ਗੁਪਤ ਸਾਜ਼ਿਸ਼ ਰਚੀ, ਪਰ ਦੋਹਾਂ ਚੋਂ ਕੋਈ ਵੀ ਸੰਤਾਂ ਤੇ ਗੋਲੀ ਚਲਾਉਣ ਦੀ ਹਿੰਮਤ ਨਾ ਜੁਟਾ ਸਕਿਆ। ਹਾਲਾਂਕਿ ਉਹ ਦੋਵੇਂ ਰਿਵਾਲਵਰਾਂ ਨਾਲ ਲੈਸ ਹੋਏ ਸੰਤਾਂ ਦੇ ਸਾਹਮਣੇ ਬੈਠੇ ਸਨ, ਪਰੰਤੂ ਇਹ ਦੋਵੇਂ ਭਾੜੇ ਦੇ ਕਾਤਲ 14 ਅਪ੍ਰੈਲ 1984 ਨੂੰ ਸੰਤ ਭਿੰਡਰਾਂਵਾਲੇ ਦੀ ਸੱਜੀ ਬਾਂਹ ਅਤੇ ਭਰੋਸੇਮੰਦ ਸਮਰਥਕ ਸੁਰਿੰਦਰ ਸਿੰਘ ਸੋਢੀ ਨੂੰ ਸਿੰਧੀ ਹੋਟਲ ਵਿੱਚ ਕਤਲ ਕਰਨ ਵਿੱਚ ਕਾਮਯਾਬ ਹੋ ਗਏ, ਜਿੱਥੇ ਕਿ ਉਸ ਨੂੰ ਧੋਖੇ ਨਾਲ ਚਾਹ ਦਾ ਕੱਪ ਪੀਣ ਦੇ ਬਹਾਨੇ ਫੁਸਲਾ ਕੇ ਸੱਦਿਆ ਗਿਆ ਸੀ। ਸੰਤ ਭਿੰਡਰਾਂਵਾਲੇ ਦੀ ਸੱਜੀ ਬਾਂਹ ਸਮਝੇ ਜਾਂਦੇ ਵਿਅਕਤੀ ਦੇ ਇਸ ਵਿਸਾਖਘਾਤੀ ਕਤਲ ਮਗਰੋਂ ਧੋਖੇਬਾਜ਼ ਲੀਡਰ ਲੌਂਗੋਵਾਲ ਦੇ ਇੱਕ ਧੋਖੇਬਾਜ਼ ਸੇਵਕ ਮਲਕ ਸਿੰਘ ਭਾਟੀਆ ਦੀ ਸਰਗਰਮ ਮਦਦ ਨਾਲ ਛਿੰਦਾ ਬਚ ਕੇ ਨਿਕਲ ਗਿਆ। ਫਿਰ ਵੀ ਬਲਜੀਤ ਕੌਰ ਸੰਤ ਭਿੰਡਰਾਂਵਾਲੇ ਦੇ ਸਾਥੀਆਂ ਦੇ ਕਾਬੂ ਆ ਗਈ। ਉਸ ਨੂੰ ਸੰਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਲੌਂਗੋਵਾਲ ਵੱਲੋਂ ਸੰਤ ਭਿੰਡਰਾਂਵਾਲੇ ਅਤੇ ਉਸ ਦੇ ਕਰੀਬੀ ਸਾਥੀ ਸੋਢੀ ਨੂੰ ਕਤਲ ਕਰਨ ਲਈ ਰਚੀ ਗਈ ਸਾਜ਼ਿਸ਼ ਦਾ ਖੁਲਾਸਾ ਕੀਤਾ। ਉਸ ਨੇ ਸੋਢੀ ਦੇ ਭਿਆਨਕ ਕਤਲ ਵਿੱਚ ਆਪਣੀ ਸਰਗਰਮ ਸ਼ਮੂਲੀਅਤ ਦਾ ਵੀ ਇਕਬਾਲ ਕੀਤਾ। ਸੋਢੀ ਦੇ ਕਤਲ ਤੋਂ 24 ਘੰਟੇ ਦੇ ਅੰਦਰ ਹੀ ਸਿੱਖ ਨੌਜਵਾਨਾਂ ਨੇ ਛਿੰਦੇ, ਭਾਟੀਏ ਅਤੇ ਬਲਜੀਤ ਕੌਰ ਦਾ ਫਸਤਾ ਵੱਢ ਕੇ ਉਸ ਦੀ ਮੌਤ ਦਾ ਬਦਲਾ ਲੈ ਲਿਆ। ਇਸ ਬਦਲਾ ਲਊ ਕਾਰਵਾਈ ਨੇ ਲੌਂਗੋਵਾਲ ਅਤੇ ਉਸ ਦੇ ਪਿੱਠੂ ਗੁਰਚਰਨ ਸਿੰਘ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਹੁਣ ਉਹਨਾਂ ਨੂੰ ਵੀ ਸੋਢੀ ਦੇ ਕਾਤਲਾਂ ਵਰਗਾ ਹੀ ਆਪਣਾ ਹਸ਼ਰ ਹੋਣ ਦਾ ਡਰ ਸੀ। ਸੰਤ ਭਿੰਡਰਾਂਵਾਲੇ ਨੇ ਜਨਤਕ ਤੌਰ ਤੇ ਇਸ ਘਿਨਾਉਣੇ ਜੁਰਮ ਦਾ ਦੋਸ਼ ਗੁਰਚਰਨ ਸਿੰਘ ਤੇ ਲਾਇਆ ਅਤੇ ਉਸ ਨੇ ਐਲਾਨ ਕਰ ਦਿੱਤਾ ਕਿ ਹੁਣ ਉਹ ਮੂਕ ਦਰਸ਼ਕ ਬਣ ਕੇ ਨਹੀਂ ਬੈਠਾ ਰਹੇਗਾ। ਉਸ ਨੇ ਸ਼ਰੇਆਮ ਕਿਹਾ ਕਿ ਸੋਢੀ ਦੇ ਕਤਲ ਦੀ ਸਾਜ਼ਿਸ਼ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਵੱਲੋਂ ਘੜੀ ਗਈ ਹੈ। ਇਸ ਖੁੱਲ੍ਹੇਆਮ ਐਲਾਨ ਕਾਰਨ ਕਾਇਰ ਲੌਂਗੋਵਾਲ ਹੋਰ ਵੀ ਡਰ ਗਿਆ ਅਤੇ ਉਸ ਨੇ ਆਪਣੀ ਹੀ ਮੂਰਖਤਾ ਨਾਲ ਸਿਰਜੇ ਖਤਰਨਾਕ ਹਾਲਾਤਾਂ ਕਾਰਨ ਆਪਣੀ ਤਕਦੀਰ ਵਿੱਚ ਲਿਖੇ ਭਾਵੀ ਅੰਤ ਤੋਂ ਬਚਣ ਲਈ ਇੰਦਰਾ ਗਾਂਧੀ ਦੀ ਛਤਰਛਾਇਆ ਲੈਣ ਲਈ ਯਤਨ ਤੇਜ਼ ਕਰ ਦਿੱਤੇ। ਸੰਤ ਭਿੰਡਰਾਂਵਾਲੇ ਅਤੇ ਹਰਚੰਦ ਸਿੰਘ ਲੌਂਗੋਵਾਲ ਵਿਚਾਲੜੇ ਮਤਭੇਦਾਂ ਨੂੰ ਚਿੰਤਾਜਨਕ ਦਸ਼ਾ ਅਖਤਿਆਰ ਕਰਦੇ ਦੇਖ ਅਤੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਦੂਸਰੀ ਕਤਾਰ ਦੇ ਅਕਾਲੀ ਆਗੂਆਂ ਨੇ ਸੰਤ ਭਿੰਡਰਾਂਵਾਲੇ ਅਤੇ ਲੌਂਗੋਵਾਲ ਦਰਮਿਆਨ ਸਮਝੌਤਾ ਕਰਾਉਣ ਦਾ ਯਤਨ ਕੀਤਾ। ਸੰਤ ਨੇ ਇਹਨਾਂ ਵਿਚੋਲਿਆਂ ਨੂੰ ਕਿਹਾ ਕਿ ਉਹ ਪਹਿਲਾਂ ਲੌਂਗੋਵਾਲ ਨੂੰ ਪੁੱਛਣ ਕਿ ਉਸ ਦੇ ਸਕੱਤਰ ਗੁਰਚਰਨ ਸਿੰਘ ਨੇ ਸੋਢੀ ਦੇ ਕਤਲ ਦਾ ਬੰਦੋਬਸਤ ਕਿਉਂ ਕੀਤਾ ਸੀ ਅਤੇ ਇਹ ਮੁਜਰਮਾਨਾ ਸਾਜ਼ਿਸ਼ ਉਸ ਨੇ ਕਿਸ ਦੀ ਸ਼ਹਿ ਤੇ ਰਚੀ ਸੀ। ਲੌਂਗੋਵਾਲ ਨੇ ਅਜੇ ਤੱਕ ਆਪਣੇ ਮੁਜਰਮ ਸਕੱਤਰ ਨੂੰ ਅਹੁਦੇ ਤੋਂ ਕਿਉਂ ਨਹੀਂ ਸੀ ਹਟਾਇਆ ਅਤੇ ਜੇ ਉਹ ਲੌਂਗੋਵਾਲ ਇਸ ਦੋਸ਼ੀ ਨੂੰ ਬਰਤਰਫ ਨਹੀਂ ਕਰਦਾ ਤਾਂ ਉਹ ਇਸ ਮੁਜਰਮਾਨਾ ਸਾਜ਼ਿਸ਼ ਤੋਂ ਆਪਣੇ ਆਪ ਨੂੰ ਕਿਵੇਂ ਸੁਰਖਰੂ ਕਰ ਸਕਦਾ ਹੈ।
ਪ੍ਰਤੱਖ ਰੂਪ 'ਚ ਇਹਨਾਂ ਕੁਝ ਸਵਾਲਾਂ ਦਾ ਕੋਈ ਵੀ ਜਵਾਬ ਨਾ ਦਿੱਤਾ ਗਿਆ। ਇਹ ਸਭ ਕੁਝ ਦੇ ਬਾਵਜੂਦ ਲੌਂਗੋਵਾਲ ਨੇ ਗੁਰਚਰਨ ਸਿੰਘ ਨੂੰ ਦਰਬਾਰ ਸਾਹਿਬ ਸਮੂਹ ਤੇ ਫੌਜੀ ਹਮਲੇ ਦੌਰਾਨ 5 ਜੂਨ 1984 ਦੀ ਰਾਤ ਨੂੰ ਉਹਦੇ ਮਾਰੇ ਜਾਣ ਤੱਕ ਆਪਣੇ ਨਾਲ ਹੀ ਰੱਖਿਆ। ਲੌਂਗੋਵਾਲ ਗੁਰਚਰਨ ਸਿੰਘ ਨੂੰ ਅਹੁਦੇ ਤੋਂ ਕਿਵੇਂ ਹਟਾ ਸਕਦਾ ਸੀ, ਕਿਉਂਕਿ ਅਜਿਹਾ ਹੋਣ ਤੇ ਗੁਰਚਰਨ ਸਿੰਘ ਨੇ ਅਵੱਸ਼ ਹੀ ਕਤਲ ਦੀ ਸਾਜ਼ਿਸ਼ ਦੇ ਮੁੱਖ ਦੋਸ਼ੀ ਦਾ ਨਾਮ ਜ਼ਾਹਰ ਕਰ ਦੇਣਾ ਸੀ ਅਤੇ ਇਹ ਮੁੱਖ ਦੋਸ਼ੀ ਖੁਦ ਲੌਂਗੋਵਾਲ ਤੋਂ ਛੁੱਟ ਕੋਈ ਹੋਰ ਨਹੀਂ ਸੀ। ਇਸ ਲਈ ਪ੍ਰਤੱਖ ਰੂਪ ਵਿੱਚ ਵਿਚੋਲਿਆਂ ਵੱਲੋਂ ਸੰਤ ਭਿੰਡਰਾਂਵਾਲੇ ਅਤੇ ਲੌਂਗੋਵਾਲ ਦਰਮਿਆਨ ਸਮਝੌਤਾ ਕਰਾਉਣ ਦੇ ਯਤਨ ਫੇਲ ਹੋ ਗਏ। ਇਸ ਲਈ ਉਹਨਾਂ ਦਾ ਅੰਤਮ ਰੂਪ ਵਿੱਚ ਤੋਫਾੜ ਹੋਣਾ ਯਕੀਨੀ ਸੀ ਅਤੇ ਇਹ ਨਖੇੜਾ ਅਪ੍ਰੈਲ 1984 ਵਿੱਚ ਹੋ ਗਿਆ। ਇਸ ਪਿੱਛੋਂ ਲੌਂਗੋਵਾਲ ਨੇ 27 ਅਪ੍ਰੈਲ 1984 ਨੂੰ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਅਤੇ ਭਵਿੱਖ ਦੀਆਂ ਨੀਤੀਆਂ ਘੜਨ ਲਈ ਵਿਚਾਰ ਵਟਾਂਦਰਾ ਕਰਨ ਹਿੱਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਹੋਰ ਅਕਾਲੀ ਨੇਤਾਵਾਂ ਦੀ ਇੱਕ ਸਾਂਝੀ ਮੀਟਿੰਗ ਸੱਦੀ। ਲੌਂਗੋਵਾਲ ਦੀ ਸ਼ਹਿ ਤੇ ਜਸਦੇਵ ਸਿੰਘ ਸੰਧੂ ਵਰਗੇ ਉਸਦੇ ਝੋਲੀ ਚੁੱਕ ਨੇ ਸੰਤ ਭਿੰਡਰਾਂਵਾਲੇ ਤੇ ਹਮਲਾ ਕਰਦਿਆਂ ਉਸ ਨੂੰ ਕਾਂਗਰਸੀ ਏਜੰਟ ਕਹਿ ਕੇ ਉਸ ਤੇ ਮੋਰਚੇ ਨੂੰ ਸਾਬੋਤਾਜ ਕਰਨ ਦਾ ਦੋਸ਼ ਲਾਇਆ। ਅਜਿਹੀਆਂ ਟਿੱਪਣੀਆਂ ਦੇ ਫਲਸਰੂਪ ਸੰਤ ਭਿੰਡਰਾਂਵਾਲੇ ਦੇ ਸਮਰਥਕਾਂ ਨੇ ਵੀ ਪ੍ਰਤੀਕਰਮ ਵਜੋਂ ਜਵਾਬੀ ਕਾਰਵਾਈ ਕੀਤੀ। ਦੋਹਾਂ ਧਿਰਾਂ ਦਰਮਿਆਨ ਮਤਭੇਦਾਂ ਨੂੰ ਸੁਲਝਾਉਣ ਦਾ ਕੋਈ ਹੱਲ ਨਾ ਲੱਭਦਾ ਵੇਖ ਕੇ 42 ਦੇ ਕਰੀਬ SGPC ਮੈਂਬਰ ਲੌਂਗੋਵਾਲ ਦੀਆਂ ਡਾਵਾਂਡੋਲ ਅਤੇ ਭਟਕਾਊ ਚਾਲਬਾਜ਼ੀਆਂ ਦੇ ਖਿਲਾਫ ਰੋਸ ਪ੍ਰਗਟਾਉਂਦਿਆਂ ਮੀਟਿੰਗ 'ਚੋਂ ਵਾਕਆਊਟ ਕਰ ਗਏ। ਕੁਝ ਦਿਨਾਂ ਪਿੱਛੋਂ ਇਹਨਾਂ ਮੈਂਬਰਾਂ ਦੀ ਗਿਣਤੀ 67 ਹੋ ਗਈ। ਉਹਨਾਂ ਲੌਂਗੋਵਾਲ ਦੇ ਖਿਲਾਫ ਨਾਅਰੇ ਲਾਏ ਅਤੇ ਸੰਤ ਭਿੰਡਰਾਂਵਾਲਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਅਕਾਲ ਤਖ਼ਤ ਤੇ ਗਏ। ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਅਤੇ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਲਈ ਆਧਾਰ ਤਿਆਰ ਕਰਨ ਵਾਸਤੇ ਲੌਂਗੋਵਾਲ ਸਥਿਤੀ ਨੂੰ ਇਸ ਖਤਰਨਾਕ ਹੱਦ ਤੱਕ ਲੈ ਗਿਆ, ਭਾਵੇਂ ਕਿ ਸਰਕਾਰ ਵੱਲੋਂ ਫੌਜੀ ਕਾਰਵਾਈ ਕਰਨ ਲਈ ਪਹਿਲਾਂ ਹੀ ਯੋਜਨਾ ਉਲੀਕੀ ਜਾ ਚੁੱਕੀ ਸੀ। ਸੰਤ ਭਿੰਡਰਾਂਵਾਲੇ ਵੱਲੋਂ 31 ਦਸੰਬਰ 1983 ਨੂੰ ਗੁਰੂ ਰਾਮਦਾਸ ਲੰਗਰ ਬਿਲਡਿੰਗ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਆਯੋਜਿਤ ਗੁਰਮਤ ਟ੍ਰੇਨਿੰਗ ਕੈਂਪ ਦੇ ਆਖਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤੀ। ਇਹ ਭਵਿੱਖਬਾਣੀ ਬਿਲਕੁਲ ਬੇਮਾਨਾ ਨਹੀਂ ਸੀ ਕਿ ਉਹਦੇ ਖਿਲਾਫ ਬਦਨੀਤੀ ਅਤੇ ਵੈਰ ਭਾਵਨਾ ਭਰੇ ਦੋਸ਼ ਲਾਉਣ ਦੀ ਅਤੇ ਫਿਰ ਭਾਰਤ ਸਰਕਾਰ ਲਈ ਦਰਬਾਰ ਸਾਹਿਬ ਸਮੂਹ ਅੰਦਰ ਨੀਮ ਫੌਜੀ ਦਸਤੇ ਭੇਜਣ ਲਈ ਆਧਾਰ ਤਿਆਰ ਕਰਨ ਵਾਸਤੇ ਇੱਕ ਸਾਜ਼ਿਸ਼ ਰਚੀ ਗਈ ਹੈ। ਇਸ ਲਈ ਉਸਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਹੋਰ ਅਕਾਲੀ ਵਰਕਰਾਂ ਨੂੰ ਖਾਲਸਾ ਪੰਥ ਦੇ ਇਹਨਾਂ ਦੁਸ਼ਮਣਾਂ ਤੋਂ ਸੁਚੇਤ ਰਹਿਣ ਲਈ ਖਬਰਦਾਰ ਕੀਤਾ। ਉਹਨੇ ਲੌਂਗੋਵਾਲ ਦੀ ਲੀਡਰੀ ਹੇਠਲੇ ਸੱਤਾ ਦੇ ਭੁੱਖੇ ਅਕਾਲੀ ਆਗੂਆਂ ਵੱਲ ਸੰਕੇਤ ਕਰਦਿਆਂ ਖਰੇ ਸ਼ਬਦਾਂ ਵਿੱਚ ਕਿਹਾ ਕਿ ਇਹ ਯਾਦ ਰੱਖਣ ਕਿ ਧਰਮ ਯੁੱਧ ਮੋਰਚਾ ਚਾਹੇ ਜਿੰਨਾ ਮਰਜ਼ੀ ਲੰਮਾ ਸਮਾਂ ਜਾਰੀ ਰਹੇ, ਇਸ ਨੂੰ ਕਦੇ ਵੀ ਅੱਧ ਵਾਟੇ ਬੰਦ ਨਹੀਂ ਕੀਤਾ ਜਾਵੇਗਾ। ਉਸ ਨੇ ਜ਼ੋਰਦਾਰ ਐਲਾਨ ਕੀਤਾ ਕਿ ਭਾਰਤ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਮਤਾ ਇਨ ਬਿਨ ਮੰਨੇ ਜਾਣ ਤੱਕ ਮੋਰਚਾ ਜਾਰੀ ਰਹੇਗਾ। ਉਹਨੇ ਇਹ ਵੀ ਕਿਹਾ ਕਿ ਧਰਮ ਯੁੱਧ ਮੋਰਚਾ ਖਾਲਸਾ ਪੰਥ ਅਤੇ ਹਿੰਦੂ ਤਾਨਾਸ਼ਾਹੀ ਵਿਚਾਲੇ ਅੰਤਮ ਅਤੇ ਫੈਸਲਾਕੁੰਨ ਲੜਾਈ ਹੈ ਅਤੇ ਹੁਣ ਜਾਂ ਫਤਿਹ ਹੋਵੇਗੀ ਜਾਂ ਸਿਰ ਲੱਗਣਗੇ। ਪਹਿਲਾਂ ਉਹ ਇਹ ਕਿਹਾ ਕਰਦਾ ਸੀ ਕਿ ਉਹ ਨਾ ਖਾਲਿਸਤਾਨ ਦੀ ਮੰਗ ਦੇ ਹੱਕ 'ਚ ਹੈ ਤੇ ਨਾ ਹੀ ਵਿਰੋਧ 'ਚ, ਪਰੰਤੂ ਇਸ ਮੌਕੇ ਉਹਨੇ ਕਹਿ ਦਿੱਤਾ ਕਿ ਹੁਣ ਇਹ ਫੈਸਲਾ ਸਰਕਾਰ ਤੇ ਮੁਨਸਰ ਹੈ ਕਿ ਉਹਨੇ ਸਿੱਖਾਂ ਨੂੰ ਨਾਲ ਰੱਖਣਾ ਹੈ ਜਾਂ ਵੱਖ ਕਰਨਾ ਹੈ, ਅਤੇ ਜੇ ਉਹਨਾਂ ਨੂੰ ਖਾਲਿਸਤਾਨ ਦੀ ਪੇਸ਼ਕਸ਼ ਕੀਤੀ ਗਈ ਤਾਂ ਉਹ ਇਨਕਾਰ ਨਹੀਂ ਕਰਨਗੇ। ਇਹ ਗਦਾਰ ਲੌਂਗੋਵਾਲ ਜੁੰਡਲੀ ਅਤੇ ਭਾਰਤ ਸਰਕਾਰ ਨੂੰ ਸਪਸ਼ਟ ਚੇਤਾਵਨੀ ਸੀ ਕਿ ਜਿਸ ਦਿਨ ਫੌਜਾਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਈਆਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਹ ਲੌਂਗੋਵਾਲ ਅਕਾਲੀ ਦਲ ਨੂੰ ਵੀ ਚੇਤਾਵਨੀ ਸੀ ਕਿ ਉਹਨਾਂ ਦੇ ਵਿਸ਼ਵਾਸਘਾਤ ਦੇ ਬਾਵਜੂਦ ਵੀ ਧਰਮ ਯੁੱਧ ਮੋਰਚਾ ਨਿਸ਼ਾਨੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ। ਇਹ ਭਾਰਤ ਸਰਕਾਰ ਅਤੇ ਲੌਂਗੋਵਾਲ ਅਕਾਲੀ ਦਲ ਦੀ ਬੜੀ ਵੱਡੀ ਗਲਤਫਹਿਮੀ ਸੀ ਕਿ ਉਹਨਾਂ ਇਸ ਚੇਤਾਵਨੀ ਨੂੰ ਗਪੌੜ ਸੰਖ ਸਮਝ ਕੇ ਨਜ਼ਰ ਅੰਦਾਜ਼ ਕਰ ਦਿੱਤਾ
ਅਤੇ ਦਰਬਾਰ ਸਾਹਿਬ ਸਮੂਹ ਤੇ ਫੌਜੀ ਹਮਲਾ ਕਰਨ ਦੀ ਪਹਿਲਾਂ ਤੋਂ ਹੀ ਵਿਉਂਤੀ ਯੋਜਨਾ ਦੇ ਰਸਤੇ ਤੁਰ ਪਏ। ਭਾਗ ਤੀਜਾ। ਜਦੋਂ ਭਾਰਤ ਸਰਕਾਰ ਨਾਲ ਗੱਠਜੋੜ ਦੇ ਤਹਿਤ ਲੌਂਗੋਵਾਲ ਨੇ 1983 ਦੇ ਪਿਛਲੇ ਅੱਧ 'ਚ ਸੰਤ ਭਿੰਡਰਾਂਵਾਲੇ ਤੇ ਕਾਂਗਰਸੀ ਏਜੰਟ ਹੋਣ ਦਾ ਦੋਸ਼ ਲਾਇਆ ਸੀ ਅਤੇ ਨਾਲ ਹੀ ਇਹ ਐਲਾਨ ਕੀਤਾ ਸੀ ਕਿ ਸੰਤ ਨੂੰ ਮੰਜੀ ਸਾਹਿਬ ਤੋਂ ਸੰਗਤ ਨੂੰ ਸੰਬੋਧਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਤਾਂ ਸੰਤ ਨੇ ਆਪਣੀ ਸਟੇਜ ਗੁਰੂ ਰਾਮਦਾਸ ਲੰਗਰ ਦੀ ਛੱਤ ਤੇ ਬਦਲ ਲਈ। ਇਸ ਲਈ ਨਹੀਂ ਕਿ ਉਹ ਲੌਂਗੋਵਾਲ ਤੋਂ ਡਰਦਾ ਸੀ, ਬਲਕਿ ਖੁਦ ਉਸ ਵੱਲੋਂ ਬੜੇ ਵੱਡੇ ਉਦਮ ਨਾਲ ਅਕਾਲੀ ਦਲ 'ਚ ਕਰਾਈ ਗਈ ਏਕਤਾ ਦੇ ਮੱਦੇਨਜ਼ਰ ਉਸ ਨੇ ਅਜਿਹਾ ਕੀਤਾ ਸੀ। ਇਸ ਲਈ ਉਸ ਨੇ ਸਵੈ ਇੱਛਾ ਪੂਰਵਕ ਮੰਜੀ ਸਾਹਿਬ ਜਾਣ ਤੋਂ ਗੁਰੇਜ਼ ਕੀਤਾ ਅਤੇ ਸੰਗਤ ਨੂੰ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੋਂ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਮੰਜੀ ਸਾਹਿਬ ਜਾਣ ਵਾਲੀਆਂ ਸੰਗਤਾਂ ਦਾ ਵਹਿਣ ਸਹਿਜੇ ਸਹਿਜੇ ਬੇਹੱਦ ਮੰਦਾ ਪੈ ਗਿਆ ਅਤੇ ਲੰਗਰ ਦੀ ਇਮਾਰਤ ਤੇ ਉਤਸ਼ਾਹਜਨਕ ਸਿੱਖ ਵਲੰਟੀਅਰਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਦਾ ਜੰਮ ਘਟਾ ਰਹਿਣ ਲੱਗ ਗਿਆ। ਇਉਂ ਸੰਤ ਭਿੰਡਰਾਂਵਾਲੇ ਨੂੰ ਅਲੱਗ ਥਲੱਗ ਕਰਨ ਦੀ ਵਿਅਰਥ ਕੋਸ਼ਿਸ਼ ਕਰਨ ਵਾਲਾ ਲੌਂਗੋਵਾਲ ਖੁਦ ਸਿੱਖ ਜਨਤਾ ਤੋਂ ਅਲੱਗ ਥਲੱਗ ਹੋ ਕੇ ਰਹਿ ਗਿਆ। ਇਸ ਸਥਿਤੀ ਨੇ ਲੌਂਗੋਵਾਲ ਨੂੰ ਮੁਕੰਮਲ ਤੌਰ ਤੇ ਮਾਯੂਸ ਕਰ ਦਿੱਤਾ। ਤਾਂ ਵੀ ਬਰਨਾਲਾ, ਬਲਵੰਤ ਤੇ ਹੋਰਨਾਂ ਚਮਚਿਆਂ ਵੱਲੋਂ ਹੱਲਾਸ਼ੇਰੀ ਦਿੱਤੇ ਜਾਣ ਉਪਰੰਤ ਲੌਂਗੋਵਾਲ ਨੇ ਆਪਣੀ ਲੋਕਪ੍ਰਿਯਤਾ ਢਾਹੁਣ ਲਈ 29 ਅਗਸਤ 1983 ਨੂੰ ਕੰਮ ਰੋਕੋ ਅੰਦੋਲਨ ਦਾ ਸੱਦਾ ਦਿੱਤਾ। ਪਰ ਇਸ ਵਾਰੀ ਸਿੱਖ ਜਨਤਾ ਵੱਲੋਂ ਮਿਲਿਆ ਹੁੰਗਾਰਾ ਬਹੁਤ ਨਿਗੂਣਾ ਮੱਠਾ ਸੀ। ਪੁਰਾਣੇ ਅਕਾਲੀ ਆਪਣੀਆਂ ਚਿੱਟੀਆਂ ਦਾੜੀਆਂ ਖੋਲ੍ਹ ਕੇ ਅਫਸਰਾਂ ਦੀ ਸਲਾਹ ਨਾਲ ਚਹਿਲ ਕਦਮੀ ਕਰਦੇ ਹੋਏ ਦਫ਼ਤਰਾਂ ਵਿੱਚ ਗਏ ਅਤੇ ਮੁਲਾਜ਼ਮਾਂ ਨੂੰ ਕੰਮ ਬੰਦ ਕਰਨ ਲਈ ਬੇਨਤੀਆਂ ਕੀਤੀਆਂ। ਦਫ਼ਤਰਾਂ ਦੇ ਦੌਰੇ ਉਪਰੰਤ ਅਕਾਲੀ ਬੜੇ ਫੁੱਲੇ ਹੋਏ ਬਾਹਰ ਅਤੇ ਦਾਅਵਾ ਕੀਤਾ ਕਿ ਉਹਨਾਂ ਸਾਰੇ ਸਰਕਾਰੀ ਦਫ਼ਤਰ ਬੰਦ ਕਰਾ ਦਿੱਤੇ ਹਨ। ਹਕੀਕਤ ਵਿੱਚ ਸੰਤ ਭਿੰਡਰਾਂਵਾਲੇ ਦੀ ਹਮਾਇਤ ਤੋਂ ਬਿਨਾਂ ਦਿੱਤਾ ਗਿਆ ਇਹ ਸੱਦਾ ਮੁਕੰਮਲ ਤੌਰ ਤੇ ਅਸਫਲ ਹੋਇਆ। ਫਿਰ ਵੀ ਆਪਣੀ ਮਿੱਟੀ ਮਿਲ ਚੁੱਕੀ ਸ਼ਾਖ ਨੂੰ ਮੁੜ ਉਭਾਰਨ ਦੀ ਆਖਰੀ ਕੋਸ਼ਿਸ਼ ਵਜੋਂ ਲੌਂਗੋਵਾਲ ਨੇ ਅਚਾਨਕ ਬੜਾ ਦਲੇਰਾਨਾ ਰੁਖ ਤਿਆਰ ਕੀਤਾ ਅਤੇ ਆਪਣੇ ਅਕਾਲੀ ਦਲ ਨੂੰ 27 ਫਰਵਰੀ 1984 ਨੂੰ ਭਾਰਤੀ ਸੰਵਿਧਾਨ ਸਾੜਨ ਦਾ ਸੱਦਾ ਦਿੱਤਾ। ਇਸ ਵੇਰਾ ਵੀ ਸਿੱਖ ਜਨਤਾ ਦਾ ਹੁੰਗਾਰਾ ਨਾਮ ਮਾਤਰ ਹੀ ਸੀ। ਕੇਵਲ ਬਾਦਲ, ਟੌੜਾ ਅਤੇ ਅਜਿਹੇ ਹੋਰ ਲੀਡਰ ਪ੍ਰਗਟ ਹੋਏ ਅਤੇ ਇਹਨਾਂ ਨੇ ਸੰਵਿਧਾਨ ਨਹੀਂ, ਕੇਵਲ ਸੰਵਿਧਾਨ ਦੀ ਧਾਰਾ 25(2)(b) ਦੀ ਟਾਈਪ ਕੀਤੀ ਹੋਈ ਕਾਪੀ ਸਾੜਨ ਦਾ ਨਾਟਕ ਰਚਿਆ। ਪਰ ਅਸਲ ਵਿੱਚ ਇਹ ਧਾਰਾ 25(2)(b) ਦੀ ਕਾਪੀ ਨੂੰ ਸਾੜ ਕੇ ਮੁਜ਼ਾਹਰਾ ਕਰਨ ਦਾ ਹੀਆ ਬਣਾ ਕਰ ਸਕੇ ਅਤੇ ਕੇਵਲ ਇਸ ਨੂੰ ਪਾੜ ਕੇ ਹੀ ਜਲਦੀ ਨਾਲ ਕਾਰਵਾਈ ਪਾ ਦਿੱਤੀ। ਧਾਰਾ 25(2)(b) ਦੀ ਇਹ ਮੱਦ ਸਿੱਖਾਂ ਨੂੰ ਹਿੰਦੂ ਪਰਿਭਾਸ਼ਿਤ ਕਰਦੀ ਹੈ। ਬਾਦਲ ਨੂੰ ਦਿੱਲੀ ਵਿਖੇ ਅਤੇ ਟੌੜਾ ਤੇ ਹੋਰਨਾਂ ਨੂੰ ਚੰਡੀਗੜ੍ਹ 'ਚ ਭਾਰਤੀ ਸੰਵਿਧਾਨ ਨੂੰ ਸਾੜਨ ਦੇ ਕਥਿਤ ਅਪਰਾਧ ਤਹਿਤ ਗ੍ਰਿਫਤਾਰ ਕੀਤਾ ਗਿਆ। ਪਰ ਅਸਲ ਵਿੱਚ ਇਹ ਕੇਵਲ ਸਟੰਟ ਸੀ। ਇਹ ਡਰਾਮਾ ਸਿੱਖਾਂ ਨੂੰ ਬੁੱਧੂ ਬਣਾਉਣ ਲਈ ਰਚਿਆ ਗਿਆ ਸੀ। ਅਸਲ ਵਿੱਚ ਇਹ ਸਭ ਕੁਝ ਸਰਕਾਰ ਦੇ ਇਸ਼ਾਰੇ ਤੇ ਕੀਤਾ ਗਿਆ ਤਾਂ ਕਿ ਸਾਰੇ ਪ੍ਰਮੁੱਖ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਇਕੱਤਰ ਕੀਤਾ ਜਾ ਸਕੇ ਅਤੇ ਸਰਕਾਰ ਨਾਲ ਇਹ ਗੱਲਬਾਤ ਕਰ ਸਕਣ। ਤਲਵੰਡੀ ਨੂੰ ਭਾਈ ਅਮਰੀਕ ਸਿੰਘ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਚੁਣੇ ਜਾਣ ਮੌਕੇ 20 ਸਤੰਬਰ 1983 ਨੂੰ ਭਖਵੀਂ ਤਕਰੀਰ ਕਰਨ ਕਾਰਨ ਪਹਿਲਾਂ ਹੀ NSA ਤਹਿਤ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ, ਕਿਉਂਕਿ ਉਸਨੇ ਸਮਾਗਮ ਵਿੱਚ ਤਕਰੀਰ ਕਰਦਿਆਂ ਸੰਤ ਭਿੰਡਰਾਂਵਾਲੇ ਦੇ ਨਾਲ ਹੀ ਬੈਠੇ ਲੌਂਗੋਵਾਲ ਨੂੰ ਇਹ ਸੁਝਾਅ ਦਿੱਤਾ ਸੀ ਕਿ ਲਾਮਿਸਾਲ ਕੁਰਬਾਨੀਆਂ ਕਰਨ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਉਪਰੰਤ ਉਹਨੂੰ ਅੰਮ੍ਰਿਤਸਰ ਵਿਖੇ ਸਮਾਨਾਂਤਰ ਸਰਕਾਰ ਸਥਾਪਿਤ ਕਰ ਦੇਣੀ ਚਾਹੀਦੀ ਹੈ। ਜਦੋਂ ਲੌਂਗੋਵਾਲ ਅਤੇ ਉਸ ਦਾ ਗਰੋਹ ਸੰਤ ਭਿੰਡਰਾਂਵਾਲੇ ਉੱਤੇ ਫੌਜੀ ਹਮਲਾ ਹੋਣ ਦੀ ਉਡੀਕ ਕਰ ਰਿਹਾ ਸੀ ਤਾਂ ਉਦੋਂ ਹੀ ਸੰਤ ਬੜੀ ਗੰਭੀਰਤਾ ਨਾਲ ਨੀਮ ਫੌਜੀ ਬਲਾਂ ਜਾਂ ਹਥਿਆਰਬੰਦ ਫੌਜਾਂ ਵੱਲੋਂ ਹਮਲੇ ਦੀ ਸੂਰਤ ਵਿੱਚ ਦਰਬਾਰ ਸਾਹਿਬ ਸਮੂਹ ਦੀ ਰਾਖੀ ਕਰਨ ਦੇ ਆਪਣੇ ਯਤਨਾਂ ਵਿੱਚ ਰੁੱਝਾ ਹੋਇਆ ਸੀ। ਇਸ ਨਾਜ਼ੁਕ ਮੌਕੇ ਤੇ ਲੌਂਗੋਵਾਲ ਆਪਣੇ 에ਅਰ ਕੰਡੀਸ਼ਨ ਕਮਰੇ ਵਿੱਚ ਬੈਠਾ ਅੰਦਰੋਂ ਅੰਦਰ ਪ੍ਰਸੰਨ ਹੋ ਰਿਹਾ ਸੀ, ਜਦੋਂ ਕਿ ਸੰਤ ਭਿੰਡਰਾਂਵਾਲਾ ਬੜੀ ਨਿਸ਼ਠਾ ਨਾਲ ਸਰਬ ਉੱਚ ਪਵਿੱਤਰ ਅਸਥਾਨ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੀ ਰੱਖਿਆ ਲਈ ਯੋਜਨਾਵਾਂ ਬਣਾ ਰਿਹਾ ਸੀ।
ਇਹਨਾਂ ਦੋਹਾਂ ਨੇਤਾਵਾਂ, ਜਿਨ੍ਹਾਂ ਚੋਂ ਇੱਕ ਕਾਗਜ਼ੀ ਸ਼ੇਰ ਅਤੇ ਗਦਾਰ ਸੀ ਅਤੇ ਦੂਜਾ ਸੱਚੀ ਮੁੱਚੀ ਦਾ ਸ਼ੇਰ ਅਤੇ ਦਿਲੋਂ ਪੰਥ ਪ੍ਰਸਤ ਸੀ, ਵੱਲੋਂ ਇਸ ਗੰਭੀਰ ਸਥਿਤੀ ਪ੍ਰਤੀ ਲਏ ਗਏ ਅਜਿਹੇ ਵੱਖੋ ਵੱਖ ਸਟੈਂਡ ਵਿੱਚ ਕਿੰਨਾ ਅੰਤਰ ਸੀ। ਲੌਂਗੋਵਾਲ ਦੀ ਗਦਾਰੀ ਅਤੇ ਇੰਦਰਾ ਗਾਂਧੀ, ਜਿਸ ਨੇ ਸੰਤ ਭਿੰਡਰਾਂਵਾਲੇ ਪ੍ਰਤੀ ਡੂੰਘੀ ਨਿੱਜੀ ਘਿਰਣਾ ਪਾ ਰੱਖੀ ਸੀ, ਦੇ ਹੱਥ ਕੰਡਿਆਂ ਤੋਂ ਨਿਧੜਕ ਸੰਤ ਨੇ ਲੰਗਰ ਦੀ ਇਮਾਰਤ ਤੋਂ ਸੰਗਤ ਨੂੰ ਰਾਜਸੀ ਧਾਰਮਿਕ ਪ੍ਰਵਚਨ ਸੁਣਾਉਣੇ ਜਾਰੀ ਰੱਖੇ। ਉਹ ਸਿੱਖਾਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ, ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦੇ ਧਰਮ ਦੀ ਰਾਖੀ ਕਰਨ ਲਈ ਉਤਸ਼ਾਹਤ ਅਤੇ ਲਾਮਬੰਦ ਕਰ ਰਿਹਾ ਸੀ, ਜੋ ਉਸ ਨੂੰ ਸੰਕਟ ਵਿੱਚ ਫਸੇ ਪ੍ਰਤੀਤ ਹੋ ਰਹੇ ਸਨ। ਉਹਨੇ ਐਲਾਨ ਕੀਤਾ ਕਿ ਗੁਰੂ ਨਾਨਕ ਦੇ ਮੱਤ ਅਤੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੂੰ ਅੰਦਰੋਂ ਵੀ ਅਤੇ ਬਾਹਰੋਂ ਵੀ ਖਤਰਾ ਦਰਪੇਸ਼ ਹੈ। ਇਸ ਲਈ ਉਸਨੇ ਆਪਣੇ ਸਮਰਥਕਾਂ ਨੂੰ ਨਸੀਹਤ ਦਿੱਤੀ ਕਿ ਉਹ ਦੋ ਮੁਹਾਜਾਂ ਤੇ ਲੜਨ ਨੂੰ ਤਿਆਰ ਰਹਿਣ। ਇੱਕ ਪੰਥ ਦੇ ਅੰਦਰ ਬੈਠੇ ਹਮਲੇ ਦੀ ਉਡੀਕ ਕਰ ਰਹੇ ਬੁੱਕਲ ਦੇ ਸੱਪਾਂ ਨਾਲ ਅਤੇ ਦੂਜਾ ਬਾਹਰੋਂ ਉਹਨਾਂ ਤੇ ਝਪਟਣ ਲਈ ਮੌਕੇ ਦੀ ਤਾਕ 'ਚ ਬੈਠੇ ਦੁਸ਼ਮਣ ਨਾਲ। ਆਖਰਕਾਰ ਉਸ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੋਈ। ਕਿਤਾਬ ਜਾਂਬਾਜ਼ ਰਾਖਾ, ਲੇਖਕ A.R. ਦਰਸ਼ੀ, ਅਧਿਆਇ ਚੌਥਾ, ਅਨੁਵਾਦਕ ਪ੍ਰੋਫੈਸਰ ਕੁਲਬੀਰ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।